ਹਾਂਜੀ ਰੀਟ ਵਾਲਿਓ ਕਿੱਦਾਂ ਹੋ ਸਾਰੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪ੍ਰੋਫੈਸਰ ਸਿਮਰਨਜੀਤ ਸਿੰਘ ਦੀ ਕਲਾਸ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਸਾਰਿਆਂ ਦਾ। ਦੇਖੋ ਜੀ ਅੱਜ ਆਪਾਂ ਇੱਕ ਨਵਾਂ ਟੌਪਿਕ ਪੜ੍ਹਨਾ ਹੈ ਜਿਹਦਾ ਨਾਮ ਹੈ ਕਾਫੀ। ਅਤੇ ਇਹਦੇ ਵਿੱਚ ਆਪਾਂ ਦੇਖਣਾ ਹੈ ਜੀ ਕਿ ਪ੍ਰਸ਼ਨ ਹੈ ਜਿਹੜਾ ਕਿਵੇਂ ਆ ਸਕਦਾ ਹੈ ਜੀ, ਅਤੇ ਕਾਫੀ ਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਦੇ ਵਿੱਚ ਕਿਹੜੇ ਪ੍ਰਸ਼ਨ ਆਉਣ ਦੀ ਸੰਭਾਵਨਾ ਹੈ, ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੀ। ਹੁਣ ਦੇਖੋ ਜੀ ਗੱਲ ਇੱਦਾਂ, ਇਹ ਜਿਹੜੇ ਸਾਹਿਤ ਦੇ ਰੂਪ ਜਿਹੜੇ 3 ਜੁੜੇ ਨੇ, ਕਾਫੀ, ਵਾਰ ਅਤੇ ਕਿੱਸਾ, ਇਹ ਜੀ ਦੇਖੋ ਹੁਣ ਨਵੇਂ ਜੋੜੇ ਗਏ ਆ ਸਿਲੇਬਸ ਦੇ ਵਿੱਚ। ਅਤੇ ਇਹਦੇ ਵਿੱਚ ਆਪਾਂ ਦੇਖਣਾ ਹੈ ਵੀ ਇਹ ਜੋੜੇ ਆ ਜਿਹੜੇ, ਅਤੇ ਇਹਦੇ ਵਿੱਚੋਂ ਪ੍ਰਸ਼ਨ ਹੈ ਜਿਹੜਾ ਉਹ ਕਿਵੇਂ ਪੁੱਛ ਸਕਦਾ ਹੈ। ਸਭ ਤੋਂ ਪਹਿਲਾਂ ਦੇਖੋ ਜੀ ਬਹੁਤ ਸਾਰੇ ਸਟੂਡੈਂਟ ਐਵੇਂ ਦੇ ਆ ਜਿਨ੍ਹਾਂ ਨੇ ਕਾਫੀ ਸ਼ਬਦ ਹੈ ਜਿਹੜਾ ਪਹਿਲੀ ਵਾਰੀ ਸੁਣਿਆ ਹੋਣਾ ਹੈ ਸਾਹਿਤ ਦੇ ਖੇਤਰ ਵਿੱਚ, ਸਾਹਿਤ ਦੇ ਤੌਰ 'ਤੇ ਲਿਟਰੇਚਰ ਦੇ ਵਿੱਚ ਪਹਿਲੀ ਵਾਰੀ ਕਾਫੀ ਸ਼ਬਦ ਜਿਹਨੇ ਸੁਣਿਆ ਉਹਨੇ ਘਬਰਾਉਣਾ ਨਹੀਂ ਗਾ, ਦਿਲ ਨਹੀਂ ਛੱਡਣਾ। ਦੇਖੋ ਜੀ ਗੱਲ ਇੱਦਾਂ, ਸਭ ਤੋਂ ਪਹਿਲਾਂ ਤਾਂ ਇਹਦਾ ਧਿਆਨ ਦੇ ਵਿੱਚ ਰੱਖਣਾ ਕਿ ਇਹ ਇੱਕ ਸਾਹਿਤ ਦਾ ਰੂਪ ਹੈ ਜਾਂ ਸਾਹਿਤ ਦੀ ਵਿਧਾ ਹੈ। ਦੇਖੋ ਜੀ ਆਪਾਂ ਜਦੋਂ ਲਿਟਰੇਚਰ ਪੜ੍ਹਦੇ ਹਾਂ ਨਾ ਕਿਸੇ ਲੈਂਗੁਏਜ ਦਾ, ਉਦੋਂ ਆਪਾਂ ਦੇਖੋ ਕਿੰਨੇ ਰੂਪ ਦੇ ਵਿੱਚ ਪੜ੍ਹਦੇ ਹਾਂ। ਕਦੀ ਉਹ ਕਵਿਤਾ ਦੇ ਰੂਪ ਵਿੱਚ, ਕਦੀ ਨਾਵਲ ਦੇ ਰੂਪ ਵਿੱਚ, ਕਦੀ ਨਾਟਕ ਦੇ ਰੂਪ ਵਿੱਚ, ਕਦੀ ਨਿੱਕੀ ਕਹਾਣੀ, ਕਦੀ ਨਿਬੰਧ, ਕਦੀ ਲੇਖ, ਕਦੀ ਸਫ਼ਰਨਾਮਾ, ਕਦੀ ਜੀਵਨੀ, ਕਦੀ ਸਵੈ ਜੀਵਨੀ, ਕਦੀ ਰੇਖਾ ਚਿੱਤਰ। ਉਵੇਂ ਹੀ ਦੇਖੋ ਜੀ ਆਪਾਂ ਸਾਹਿਤ ਨੂੰ ਹੋਰ ਪੜ੍ਹਨ ਦੇ ਕਿਹੜੇ ਤਰੀਕੇ ਆ। ਕਦੀ ਆਪਾਂ ਉਹਨੂੰ ਕਾਫੀ ਰੂਪ ਦੇ ਵਿੱਚ ਪੜ੍ਹਦੇ ਹਾਂ, ਕਦੀ ਕਿੱਸੇ ਦੇ ਰੂਪ ਵਿੱਚ, ਕਦੀ ਵਾਰਾਂ ਦੇ ਰੂਪ ਵਿੱਚ ਪੜ੍ਹਦੇ ਹਾਂ। ਸੋ ਇਹ ਇੱਕ ਕੀ ਆ, ਸਾਹਿਤ ਦਾ ਇੱਕ ਰੂਪ ਹੈ ਜੀ, ਸਾਹਿਤ ਦੀ ਇੱਕ ਵਿਧਾ ਹੈ। ਜਿਵੇਂ ਕਵਿਤਾ, ਕਹਾਣੀ ਅਤੇ ਆਪਣੇ ਨਾਵਲ, ਨਾਟਕ ਇਹ ਸਾਹਿਤ ਦੇ ਰੂਪ ਨੇ, ਉਵੇਂ ਹੀ ਕਾਫੀ ਹੈ ਜਿਹੜਾ ਉਹ ਇੱਕ ਸਾਹਿਤ ਦਾ ਰੂਪ ਹੈ। ਪਹਿਲੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਜੀ ਕਿ ਕਾਫੀ ਹੈ ਜਿਹੜਾ ਉਹ ਸਾਹਿਤ ਦਾ ਇੱਕ ਰੂਪ ਹੈ। ਰੂਪ ਨੂੰ ਕਈ ਵਾਰੀ ਦੂਜਾ ਜਿਹੜਾ ਲਿਖ ਦਿੱਤਾ ਜਾਂਦਾ ਹੈ ਵਿਧਾ। ਸੋ ਸਾਹਿਤ ਦਾ ਰੂਪ ਜਾਂ ਸਾਹਿਤ ਦੀ ਵਿਧਾ ਹੈ। ਦੂਸਰੀ ਗੱਲ ਕਾਫੀ ਹੈ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਅਗਰ ਪੁੱਛ ਲਵੇ ਵੀ ਕਾਫੀ ਹੈ ਜਿਹੜਾ ਇਹ ਸ਼ਬਦ ਕਿਹੜੀ ਭਾਸ਼ਾ ਦਾ ਹੈ, ਤੁਸੀਂ ਕਹਿਣਾ ਹੈ ਜੀ ਅਰਬੀ ਭਾਸ਼ਾ ਦਾ ਸ਼ਬਦ ਹੈ। ਠੀਕ ਹੈ ਜੀ। ਹੁਣ ਦੇਖੋ ਜੀ ਇਹਦਾ ਸ਼ਾਬਦਿਕ ਅਰਥ ਕੀ ਹੈ। ਸਭ ਤੋਂ ਪਹਿਲੀਆਂ ਬੇਸਿਕ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਦੇਖੋ ਜੇ ਕੁਐਸਚਨ ਪੁੱਛਿਆ ਨਾ ਐਗਜ਼ਾਮੀਨਰ ਨੇ ਤੇ ਬੇਸਿਕ ਗੱਲਾਂ ਦੇ ਵਿੱਚੋਂ ਹੀ ਪੁੱਛੂਗਾ, ਉਸ ਤੋਂ ਬਾਹਰ ਨਹੀਂ ਜਾਊਗਾ। ਤੁਹਾਡੇ ਤੋਂ ਵਾਧੂ ਦਾ ਗਿਆਨ ਤੁਹਾਡਾ ਉਹਨੇ ਨਹੀਂ ਵੇਖਣਾ ਵੀ ਕੀ ਹੈ, ਤੁਹਾਨੂੰ ਉਹਨੇ ਇਹ ਵੇਖਣਾ ਵੀ ਇਹਨੂੰ ਬੇਸ ਪਤਾ ਹੈ ਕਿ ਨਹੀਂ, ਕਨਸੈਪਟ ਇਹਦਾ ਕਾਫੀ ਦੇ ਬਾਰੇ ਕਲੀਅਰ ਹੈਗਾ ਹੈ ਕਿ ਨਹੀਂ। ਅਗਰ ਪ੍ਰਸ਼ਨ ਪੁੱਛੇਗਾ ਤਾਂ ਇਹਦੇ ਵਿੱਚੋਂ ਪੁੱਛੇਗਾ ਜਿਹੜਾ ਤੁਹਾਡੇ ਸਾਹਮਣੇ ਲਿਖਿਆ। ਦੇਖੋ ਜੀ ਇਹਦਾ ਸ਼ਾਬਦਿਕ ਅਰਥ ਕੀ ਹੋ ਸਕਦਾ ਹੈ ਜੀ। ਅਨੁਚਰ, ਅਨੁਗਾਮੀ। ਅਨੁਚਰ ਦਾ ਮਤਲਬ ਹੁੰਦਾ ਅਨੁਆਈ। ਅਨੁਆਈ ਆਪਣੇ ਪਿੱਛੇ ਚੱਲਦਾ ਹੈ ਨਾ, ਆਪਣੇ ਗੁਰੂ ਦੇ ਮਗਰ ਚੱਲਣ ਵਾਲਾ ਅਨੁਆਈ, ਚੇਲਾ। ਅਨੁਗਾਮੀ ਦਾ ਮਤਲਬ ਹੁੰਦਾ ਆਗਿਆਕਾਰੀ। ਅਨੁਚਰ ਦਾ ਮਤਲਬ ਅਨੁਆਈ, ਅਨੁਗਾਮੀ ਦਾ ਮਤਲਬ ਹੁੰਦਾ ਆਗਿਆਕਾਰੀ। ਮਤਲਬ ਆਗਿਆਕਾਰ ਹੋਵੇ ਜਿਹੜਾ ਉਹ ਵੀ ਆਪਣੇ ਪਿੱਛੇ ਚੱਲਦਾ ਹੈ ਨਾ, ਆਪਣੇ ਫੁੱਟ ਸਟੈਪ ਦੇ ਮਗਰ ਚੱਲਦਾ ਹੈ। ਉਸ ਤੋਂ ਬਾਅਦ ਹੈ ਜੀ ਅੱਗੇ ਚੱਲਣ ਵਾਲਾ ਅਤੇ ਪਿੱਛੇ ਚੱਲਣ ਵਾਲਾ। ਇਹ ਦੋਨੋਂ ਵੀ ਕਾਫੀ ਦੇ ਅਰਥ ਨੇ। ਕਦੀ ਅੱਗੇ ਚੱਲਣ ਵਾਲਾ ਵੀ ਹੋ ਜਾਂਦਾ ਇਹਦਾ ਅਰਥ, ਕਦੀ ਪਿੱਛੇ ਚੱਲਣ ਵਾਲਾ ਵੀ। ਸਭ ਤੋਂ ਪਹਿਲਾਂ ਤੁਸੀਂ ਸ਼ਾਬਦਿਕ ਅਰਥਾਂ ਦੇ ਉੱਪਰ ਧਿਆਨ ਦੇਣਾ ਹੈ। ਅਨੁਚਰ, ਅਨੁਗਾਮੀ, ਅੱਗੇ ਚੱਲਣ ਵਾਲਾ ਜਾਂ ਪਿੱਛੇ ਚੱਲਣ ਵਾਲਾ, ਲੋੜ ਪੂਰੀ ਕਰਨ ਵਾਲਾ। ਆਪਾਂ ਕਹਿੰਦੇ ਹਾਂ ਨਾ ਕਾਫੀ ਹੈ ਚੀਜ਼, ਐਨਫ, ਪ੍ਰਿਆਪਤ ਮਾਤਰਾ ਦੇ ਵਿੱਚ ਸਾਡੇ ਕੋਲ ਚੀਜ਼, ਭਾਵ ਸਾਡੀ ਲੋੜ ਪੂਰੀ ਹੋ ਗਈ ਹੈ, ਉਹਦੇ ਵਾਸਤੇ ਹੈ ਜੀ ਲੋੜ ਪੂਰੀ ਕਰਨ ਵਾਲਾ। ਕਿਫਾਇਤ ਕਰਨ ਵਾਲਾ। ਕਿਫਾਇਤ ਸ਼ਬਦ ਦਾ ਵੀ ਦੇਖੋ ਜੀ ਇਹੀ ਅਰਥ ਹੈ ਸਾਡਾ, ਹੈ ਨਾ, ਮਤਲਬ ਕਾਫੀ ਮਾਤਰਾ ਦੇ ਵਿੱਚ ਹੋਵੇ, ਜੋ ਐਨਫ ਹੋਵੇ, ਜੋ ਪ੍ਰਿਆਪਤ ਮਾਤਰਾ ਦੇ ਵਿੱਚ ਹੋਵੇ, ਉਹਨੂੰ ਕਹਿ ਦਿੰਦੇ ਹਾਂ ਕਿਫਾਇਤ ਕਰਨ ਵਾਲਾ। ਵਾਰ ਆਉਣਾ, ਕਿਸੇ ਗੱਲ ਦਾ ਵਾਰ ਰਿਪੀਟ ਹੋਣਾ। ਸਭ ਤੋਂ ਪਹਿਲਾਂ ਬਸ ਸਿਰਫ ਅਰਥ ਸਮਝ ਲਓ, ਬਾਅਦ 'ਚ ਪਤਾ ਲੱਗੂਗਾ ਆਪਾਂ ਨੂੰ ਕਾਫੀ ਕੀ ਹੈ। ਪਹਿਲਾਂ ਸ਼ਾਬਦਿਕ ਅਰਥ। ਗਿਆਨਵਾਨ। ਸੋ ਇਹ ਹੈ ਜੀ ਸਾਡੇ ਕਾਫੀ ਸ਼ਬਦ ਦੇ ਅਰਥ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ, ਹੈ ਨਾ, ਕਿਉਂਕਿ ਦੇਖੋ ਪ੍ਰਸ਼ਨ ਤਾਂ ਇੱਥੋਂ ਵੀ ਉੱਠਦਾ ਹੈ ਨਾ। ਇਹ ਸ਼ਾਬਦਿਕ ਅਰਥ ਦੇ ਵਿੱਚ ਪੁੱਛ ਸਕਦਾ ਉਹ ਕਿ ਕਾਫੀ ਦਾ ਸ਼ਾਬਦਿਕ ਅਰਥ ਕੀ ਹੈ। ਤੁਸੀਂ ਜਿਹੜੇ ਲਿਖੇ ਆ ਸ਼ਾਬਦਿਕ ਅਰਥ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਅੱਗੇ ਚੱਲਣ ਵਾਲਾ ਵੀ ਹੁੰਦਾ ਹੈ ਅਤੇ ਪਿੱਛੇ ਚੱਲਣ ਵਾਲਾ ਵੀ ਹੁੰਦਾ ਹੈ, ਦੋਨੋਂ ਤਰ੍ਹਾਂ ਦੇ ਨਾਲ ਹੀ ਹੁੰਦਾ ਹੈ ਕਾਫੀ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ। ਦੇਖੋ ਜੀ ਹੁਣ ਤੁਹਾਨੂੰ ਕੋਈ ਕਹਿ ਦੇ ਵੀ ਜਿਹੜੀ ਕਾਫੀ ਆ ਉਹ ਇੱਕ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਰਚੀ ਗਈ ਹੈ। ਤੁਸੀਂ ਕਿਹੋ ਜੀ ਕਵਿਤਾ ਦੇ ਰੂਪ ਵਿੱਚ, ਵਾਰਤਕ ਰੂਪ ਵਿੱਚ ਕਾਫੀ ਨਹੀਂ ਤੁਹਾਨੂੰ ਮਿਲੇਗੀ। ਕਾਫੀ ਹਮੇਸ਼ਾ ਕਵਿਤਾ ਦੇ ਰੂਪ ਵਿੱਚ ਲਿਖੀ ਜਾਂਦੀ ਹੈ। ਸੋ ਇਹ ਕੀ ਆ,
ਕਾਫੀ ਕਵਿਤਾ ਰੂਪ ਵਿੱਚ ਰਚੀ ਜਾਂਦੀ ਹੈ। ਭਾਵ ਕਾਫੀ ਇੱਕ ਕਾਵ ਰੂਪ ਹੈ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ ਤੁਹਾਡੀ। ਕਾਫੀ ਕਵਿਤਾ ਰੂਪ ਵਿੱਚ ਰਚੀ ਜਾਂਦੀ ਹੈ। ਠੀਕ ਹੈ ਜੀ, ਬਿਲਕੁਲ। ਅਤੇ ਇਸ ਦਾ ਸੰਬੰਧ ਆਮ ਤੌਰ 'ਤੇ ਸੂਫੀ ਕਾਵ ਨਾਲ ਹੈ। ਦੇਖੋ ਜੀ, ਭਗਤੀ ਅਤੇ ਸੂਫੀ ਕਾਵ ਤੁਸੀਂ ਪੜ੍ਹਨਾ ਹੀ ਹੈ। ਮੈਨੂੰ ਲੱਗਦਾ ਤੁਹਾਡੇ ਸਿਲੇਬਸ ਦੇ ਵਿੱਚ ਹੋਣਾ SST ਵਾਲਿਆਂ ਦੇ ਤਾਂ। ਸੋ ਭਗਤੀ ਅਤੇ ਸੂਫੀ ਕਾਵ ਜਦੋਂ ਪੜ੍ਹਨਾ, ਦੇਖੋ ਸੂਫੀ ਕਾਵ ਹੈ ਜਿਹੜਾ, ਹੁਣ ਸੂਫੀ ਸ਼ਬਦ ਦਾ ਸੰਬੰਧ ਹੈਗਾ ਜੀ ਇਸਲਾਮ ਧਰਮ ਦੇ ਨਾਲ, ਹੈ ਨਾ। ਸੋ ਜਿਹੜਾ ਬੰਦਾ ਕੁਰਾਨ ਸ਼ਰੀਫ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਮੁਹੰਮਦ ਸਾਹਿਬ ਦੇ ਜਿਹੜੇ ਬਚਨ ਹਨ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਵਾਲਾ ਬੰਦਾ, ਉਹਨੂੰ ਕਹਿ ਦਿੰਦੇ ਆ ਜੀ ਸੂਫੀ। ਅਤੇ ਉਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਰਚਿਆ ਗਿਆ ਸਾਹਿਤ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸੂਫੀ ਕਾਵ। ਸੋ ਸੂਫੀ ਕਵੀਆਂ ਨੇ ਕੀ ਕੀਤਾ, ਜਦੋਂ ਸੂਫੀ ਕਵੀ ਆਪਣੀਆਂ ਮਜਲਿਸਾਂ ਵਿੱਚ, ਮਜਲਿਸ ਹੁੰਦੀ ਹੈ ਬੈਠਣ ਦੀ ਜਗ੍ਹਾ, ਬੈਠਣ ਦੀ ਥਾਂ, ਉਹਦੇ ਵਿੱਚ ਉਹਨਾਂ ਨੇ ਜਦੋਂ ਬੈਠਣਾ, ਮਹਿਫਲ ਲਾ ਲੈਣੀ, ਵਾਹਵਾ ਸਾਰੇ ਸੂਫੀ ਕਵੀ ਇਕੱਠੇ ਹੋ ਕੇ, ਫਿਰ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਕਾਫੀ ਨੂੰ ਗਾਉਣਾ। ਕਾਫੀ ਕਵਿਤਾ ਰੂਪ ਦੇ ਵਿੱਚ ਕਾਫੀ ਰਚਨਾ ਕਰਨੀ ਅਤੇ ਉਹਨੂੰ ਮਹਿਫਲ ਦੇ ਵਿੱਚ ਬਹਿ ਕੇ ਸਮੂਹ ਦੇ ਰੂਪ ਵਿੱਚ ਗਾਉਣਾ ਉਹਨਾਂ ਨੇ। ਸਮੂਹਿਕ ਗਾਨ, ਇੱਕ ਸਮੂਹਿਕ ਰੂਪ ਦੇ ਵਿੱਚ। ਹੋਰ ਗੱਲ ਦੇਖੋ ਜੀ ਅੱਗੇ, ਇਹ ਬੇਸਿਕ ਗੱਲਾਂ ਵੀ ਕਾਫੀ ਹੈ ਜਿਹੜੀ ਉਹ ਹੈ ਕੀ ਚੀਜ਼ ਹੈ, ਪਤਾ ਤਾਂ ਲੱਗੇ। ਦੂਸਰਾ ਦੇਖੋ ਜੀ, ਸੂਫੀਆਂ ਦੀ ਕਵਾਲੀ ਦਾ ਸੰਖੇਪ, ਸ਼ਾਰਟ ਫਾਰਮ ਹੈ ਜੀ, ਇਹ ਸੰਖੇਪ ਰੂਪ ਹੈ ਅਤੇ ਸਰੋਦੀ ਕਾਵ ਰੂਪ ਹੈ, ਭਾਵ ਗੀਤ ਕਾਵ ਰੂਪ ਹੈ। ਸੋ ਇਹਦਾ ਮਤਲਬ ਕੀ ਹੋ ਗਿਆ, ਦੇਖੋ ਜੀ ਹੁਣ ਕਵਾਲੀ ਤਾਂ ਅਸੀਂ ਲਗਭਗ ਸਾਰਿਆਂ ਨੇ ਸੁਣੀ ਹੈ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਤੁਹਾਡੇ 'ਚੋਂ ਕਿਹਨੇ ਨਹੀਂ ਸੁਣਿਆ, ਲਗਭਗ ਸਾਰਿਆਂ ਨੇ ਸੁਣਿਆ ਜੀ, ਹੈ ਨਾ। ਆਪਾਂ ਉਹਨਾਂ ਦੀ ਕਵਾਲੀ ਸੁਣਦੇ ਹਾਂ, ਹੈ ਨਾ। ਕਵਾਲੀ ਦੇ ਵਿੱਚ ਕੀ ਹੈ, ਦੇਖੋ ਤਾੜੀਆਂ ਵੱਜਦੀਆਂ, ਹੈ ਨਾ, ਤਾੜੀ ਵੱਜਦੀ ਹੈ ਪਿੱਛੇ ਪਿੱਛੇ, ਇੱਕ ਮਤਲਬ ਲੈਅਬੱਧ ਰੂਪ ਦੇ ਵਿੱਚ ਤਾੜੀ ਵੱਜਦੀ ਹੈ। ਅਤੇ ਨੁਸਰਤ ਸਾਹਿਬ ਜਦੋਂ ਗਾਉਂਦੇ ਹੁੰਦੇ ਸੀਗੇ ਤਾਂ ਉਦੋਂ ਕੀ ਸੀ, ਇੱਕ ਲਾਈਨ ਨੂੰ ਨਾ ਵਾਰੀ ਵਾਰੀ ਉਹਨਾਂ ਨੇ ਬੋਲੀ ਜਾਣਾ, ਹੈ ਨਾ। ਸੋ ਇਹ ਹੈ ਜਿਹੜਾ ਕਵਾਲੀ ਦਾ, ਇਹ ਜਿਹੜੀ ਕਾਫੀ ਹੈ ਨਾ, ਕਵਾਲੀ ਦਾ ਛੋਟਾ ਰੂਪ ਹੈ। ਕਵਾਲੀ ਅੱਜ ਦੇ ਟਾਈਮ 'ਚ ਸਾਨੂੰ ਪਤਾ ਹੀ ਹੈ ਵੀ ਨੁਸਰਤ ਸਾਹਿਬ ਜਦੋਂ ਕਵਾਲੀ ਗਾਉਂਦੇ, ਸਭ ਨੇ ਆਪਾਂ ਸੁਣੀਆਂ ਹੋਈਆਂ। ਉਦੋਂ ਇੱਕ ਲਾਈਨ ਨੁਸਰਤ ਸਾਹਿਬ ਕੀ ਕਰਦੇ ਸੀ, ਇੱਕ ਲਾਈਨ ਨੂੰ ਵਾਰੀ ਵਾਰੀ ਉਹਨਾਂ ਨੇ ਰਿਪੀਟ ਕਰੀ ਜਾਣਾ। ਸਾਨੂੰ ਵੀ ਲੱਗਣਾ ਵੀ ਆਹ ਕੀ ਕਰੀ ਜਾਂਦੇ ਆ ਨੁਸਰਤ ਸਾਹਿਬ, ਇਹ ਕੀ ਕਰੀ ਜਾਂਦੇ ਆ, ਹੈ ਨਾ। ਇਹ ਕਵਾਲੀ ਹੈ, ਇੱਕ ਤਰੀਕਾ ਹੈ। ਆਹ ਦੇਖੋ ਜੀ ਅਰਥ ਇਹਦਾ, ਪਿੱਛੇ ਚੱਲਣ ਵਾਲਾ, ਵਾਰ ਆਉਣਾ। ਮੈਂ ਲਿਖਿਆ ਨਾ ਇੱਥੇ ਅਰਥ ਦੇਖੋ, ਵਾਰ ਆਉਣਾ, ਭਾਵ ਕਿਸੇ ਇੱਕ ਲਾਈਨ ਦਾ ਜਿਹੜੀ ਇੱਕ ਮੇਨ ਪੰਕਤੀ ਹੈ, ਜਿਹਨੂੰ ਸਥਾਈ ਕਹਿ ਦਿੰਦੇ ਆ। ਸਥਾਈ ਜਦੋਂ ਵਾਰੀ ਆਈ ਜਾਂਦੀ ਆ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਇਹ ਕਾਫੀ ਹੈ, ਇਹ ਕਾਫੀ ਕਾਵ ਰੂਪ ਹੈ। ਸੋ ਜਿਵੇਂ ਜਿਵੇਂ ਕਵਾਲੀ ਹੁੰਦੀ ਹੈ ਉਵੇਂ ਕਾਫੀ ਹੈ ਜੀ। ਜੇ ਮੰਨ ਲਓ ਜਿਹਨੇ ਕਾਫੀ ਮਤਲਬ ਵੇਖਣੀ ਆ ਵੀ ਕਾਫੀ ਹੈ ਕੀ ਬਲਾ ਆ, ਅਗਰ ਕਿਸੇ ਨੇ, ਤਾਂ YouTube 'ਤੇ ਬਈ ਇੱਕ ਕਵਾਲੀ ਇੱਕ ਅੱਧੀ ਸੁਣ ਲਿਓ, ਹੈ ਨਾ, ਉਹ ਸੁਣ ਲਿਓ ਜ਼ਰੂਰ। ਜੇ ਤੂੰ ਉਹ ਕਿਹੜੀ ਹੈ, ਨੁਸਰਤ ਫਤਿਹ ਅਲੀ ਖਾਨ ਵਾਲੀ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ, ਇਹ ਕਵਾਲੀ ਰੂਪ ਹੈ ਜੀ। ਸੋ ਇਹ ਸੂਫੀਆਂ ਦੀ ਜਿਹੜੀ ਕਵਾਲੀ ਹੈ ਉਹਦਾ ਸੰਖੇਪ ਰੂਪ ਹੈ, ਉਹਦੀ ਇੱਕ ਸ਼ਾਰਟ ਫਾਰਮ ਹੈ ਅਤੇ ਸਰੋਦੀ ਹੈ, ਗੀਤ ਕਾਵ ਹੈ। ਕਹਿਣ ਦਾ ਮਤਲਬ ਕੀ ਹੈ ਵੀ ਕਾਫੀ ਹੈ ਜਿਹੜੀ ਉਹ ਕਵਿਤਾ ਨਾਲੋਂ ਅੱਡ ਕਿਵੇਂ ਹੁੰਦੀ ਹੈ। ਕਵਿਤਾ ਦਾ ਦੇਖੋ ਮਤਲਬ ਜਿਹੜੀ ਸਾਡੀ ਕਾਫੀ ਹੈ ਉਹ ਸੰਗੀਤਮਈ ਹੋਣੀ ਬਹੁਤ ਜ਼ਰੂਰੀ ਹੈ। ਕਾਫੀ ਇਸੇ ਕਰਕੇ ਤਾਂ ਕੀ ਸੀ ਵੀ ਜਦੋਂ ਉਹ ਸੂਫੀ ਸਾਰੇ ਜਿਹੜੇ ਕਵੀ ਸੀ ਉਹ ਮਜਲਿਸ ਦੇ ਵਿੱਚ ਬਹਿ ਕੇ ਜਦੋਂ ਕਾਫੀ ਗਾਉਂਦੇ ਸੀ ਤਾਂ ਇੱਕ ਜਣਾ ਪਹਿਲਾਂ ਅੱਗੇ ਗਾਉਂਦਾ ਸੀ ਅਤੇ ਦੂਜੇ ਪਿੱਛੇ ਗਾਉਂਦੇ ਸੀ। ਭਾਵ ਇਸੇ ਕਰਕੇ ਦੋਨਾਂ ਤਰੀਕਿਆਂ ਦੇ ਵਿੱਚ ਅੱਗੇ ਚੱਲਣ ਵਾਲਾ, ਭਾਵ ਜਿਹੜਾ ਇਕੱਲਾ ਬੰਦਾ ਹੈ ਕਾਫੀ ਅੱਗੇ ਗਾਈ ਜਾਂਦਾ, ਉਹਦੇ ਵਾਸਤੇ ਕਾਫੀ ਸ਼ਬਦ ਅੱਗੇ ਚੱਲਣ ਵਾਲਾ, ਅਤੇ ਜਿਹੜੇ ਪਿੱਛੇ ਗਾਈ ਜਾਂਦੇ ਆ ਉਹਨਾਂ ਵਾਸਤੇ ਵੀ ਸ਼ਬਦ ਹੈ ਪਿੱਛੇ ਚੱਲਣ ਵਾਲਾ। ਕਹਿਣ ਦਾ ਮਤਲਬ ਕੀ ਹੈ ਵੀ ਕਾਫੀ ਹੈ ਇੱਕ ਸਮੂਹ ਦੇ ਰੂਪ ਵਿੱਚ ਗਾਇਆ ਜਾਣ ਵਾਲਾ ਗੀਤ ਹੈ ਜੀ, ਇਹ ਇੱਕ ਤਰ੍ਹਾਂ ਦਾ, ਹੈ ਨਾ। ਸਰੋਦੀ ਕਾਵ ਦਾ ਮਤਲਬ ਹੁੰਦਾ ਹੈ, ਦੇਖੋ ਸਰੋਦੀ ਕਾਵ ਦਾ ਮਤਲਬ ਹੁੰਦਾ ਹੈ ਗੀਤ ਕਾਵ, ਗੀਤ ਗਾਣਾ। ਅਸੀਂ ਸਾਰਿਆਂ ਨੇ ਸੁਣੇ ਆ ਜੀ। ਦੇਖੋ ਗਾਣੇ ਦੇ ਵਿੱਚ ਕੀ ਹੁੰਦਾ ਹੈ ਜੀ, ਇੱਕ ਸਥਾਈ ਹੁੰਦੀ ਹੈ ਅਤੇ ਬਾਕੀ ਅੰਤਰੇ ਹੁੰਦੇ ਆ। ਸਥਾਈ ਉਹਨੂੰ ਕਹਿ ਦਿੰਦੇ ਆਪਾਂ ਵੀ ਇਹ ਗਾਣੇ ਦੀ ਇੱਕ ਲਾਈਨ ਹੈ ਜਿਹੜੀ ਉਹ ਵਾਰੀ ਆਉਂਦੀ ਹੈ, ਹੈ ਨਾ। ਇੱਕ ਲਾਈਨ ਪੂਰੀ ਇੱਕ ਹੁੰਦੀ ਹੈ ਜਿਹਦੇ ਵਿੱਚ ਗਾਣੇ ਦਾ ਭਾਵ ਛੁਪਿਆ ਹੁੰਦਾ ਹੈ, ਉਹ ਸਥਾਈ ਹੈ ਜਿਹੜੀ ਉਹ ਵਾਰੀ ਆਉਂਦੀ ਹੈ। ਅੰਤਰੇ ਅੱਡ ਆਉਂਦੇ ਆ, ਹੈ ਨਾ। ਕਲਾਕਾਰ ਕੀ ਕਰਦਾ ਵੀ ਪਹਿਲਾਂ ਇੱਕ ਅੰਤਰਾ ਗਾ ਲਿਆ, ਫਿਰ ਉਹ ਸਥਾਈ, ਫਿਰ ਦੂਜਾ ਅੰਤਰਾ ਗਾ ਲਿਆ, ਫਿਰ ਉਹੀ ਜਿਹੜੀ ਇੱਕੋ ਲਾਈਨ ਨੂੰ ਰਿਪੀਟ ਕਰਦਾ, ਉਹਨੂੰ ਆਪਾਂ ਕਹਿ ਦਿੰਦੇ ਨਾ ਗੀਤ ਜਾਂ ਗਾਣਾ, ਹੈ ਨਾ।
ਦੇਖੋ ਇਹ ਵੀ ਇੱਕ ਗੀਤਮਈ ਕਾਵ ਰੂਪ ਹੈ, ਭਾਵ ਸੰਗੀਤਮਈ ਹੈ। ਗਾਣਾ ਜਿਹੜਾ ਉਹ ਸੰਗੀਤ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ। ਉਵੇਂ ਹੀ ਹੈ ਉਵੇਂ ਹੀ ਜਿਹੜੀ ਕਾਫੀ ਹੈ ਉਸ ਨੂੰ ਸੰਗੀਤ ਤੋਂ ਬਿਨਾਂ ਤੁਸੀਂ ਲਗਭਗ ਨਹੀਂ ਗਾ ਸਕਦੇ। ਉਸ ਨੂੰ ਸੰਗੀਤ ਮਤਲਬ ਹੋਣਾ ਉਹਦੇ ਵਿੱਚ ਉਸ ਦੀ ਬੁਨਿਆਦੀ ਲੋੜ ਹੈ, ਉਸ ਦੀ ਪਹਿਲੀ ਜ਼ਰੂਰਤ ਹੈ। ਅੱਗੇ ਵੇਖੋ ਜੀ, ਹੁਣ ਇੱਕ ਹੋਰ ਗੱਲ ਮੈਂ ਲਿਖੀ ਆ ਵੀ ਕਾਫੀ ਹੈ ਕੀ ਬਲਾ ਆ। ਤੁਹਾਨੂੰ ਕੋਈ ਪੁੱਛ ਲੇ ਵੀ ਕਾਫੀ ਕੀ ਹੈ, ਤੁਸੀਂ ਕਹਿਣਾ ਜੀ ਇੱਕ ਗਾਇਨ ਸ਼ੈਲੀ ਹੈ, ਗਾਉਣ ਦਾ ਤਰੀਕਾ ਹੈ, ਗਾਉਣ ਦਾ ਢੰਗ ਹੈ ਇੱਕ। ਜੇ ਕੋਈ ਪੁੱਛ ਲੇ ਵੀ ਕਾਫੀ ਇੱਕ ਛੰਦ ਹੈ, ਨਾ ਜੀ। ਕਾਫੀ ਇੱਕ ਰਾਗ ਹੈ, ਨਹੀਂ ਜੀ। ਕਾਫੀ ਇੱਕ ਰਾਗਣੀ ਹੈ, ਨਹੀਂ ਜੀ। ਪਰ ਫਿਰ ਹੈ ਕੀ ਹੈ ਕਾਫੀ? ਕਾਫੀ ਇੱਕ ਗਾਇਨ ਸ਼ੈਲੀ ਹੈ, ਗਾਉਣ ਦਾ ਤਰੀਕਾ ਹੈ। ਕੀ ਤਰੀਕਾ ਹੈ ਜੀ? ਇੱਕ ਸਥਾਈ ਵਾਲੀ ਲਾਈਨ ਹੋਵੇਗੀ ਜਿਹਨੂੰ ਕੀ ਕਰੂਗਾ ਇੱਕ ਜਿਹੜਾ ਹੈਗਾ ਇੱਕ ਕਵੀ, ਉਹ ਉਸ ਨੂੰ ਵਾਰੀ ਰਿਪੀਟ ਕਰੀ ਜਾਊਗਾ ਅਤੇ ਦੂਜੇ ਮਗਰ ਜਿਹੜੇ ਉਹ ਸੰਗੀਤ ਦੇ ਅਨੁਸਾਰ, ਲੈਅ ਦੇ ਅਨੁਸਾਰ ਉਹਨੂੰ ਗਾ ਕੇ ਮਗਰ ਉਸ ਨੂੰ ਰਿਪੀਟ ਕਰੀ ਜਾਣਗੇ। ਹੁਣ ਦੇਖੋ ਜੀ ਕਾਫੀ ਦੀ ਪਰਿਭਾਸ਼ਾ ਕੀ ਹੈ ਜੀ। ਗਲਾ ਕਈ ਦਿਨਾਂ ਤੋਂ ਖਰਾਬ ਚੱਲੀ ਜਾਂਦਾ ਹੈ, ਹੁਣ ਕੀ ਕਰੀਏ ਜੀ, ਕੰਮ ਬਹੁਤ ਹੈ। ਪਰਿਭਾਸ਼ਾ ਦੇਖ ਲਓ ਜੀ, ਕਾਹਨ ਸਿੰਘ ਨਾਭਾ ਨੇ ਪਰਿਭਾਸ਼ਾ ਦਿੱਤੀ ਹੈ ਜੀ। ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਰਚਨਾ ਕੀਤੀ ਹੈ ਪੰਜਾਬੀ ਦੇ ਵਿੱਚ। ਇਹਦੀ ਸਿਰਫ ਆਪਾਂ ਪਰਿਭਾਸ਼ਾ ਧਿਆਨ ਦੇ ਵਿੱਚ ਰੱਖਣੀ ਹੈ ਵੀ ਕਾਫੀ ਇੱਕ ਰਾਗਣੀ ਹੈ, ਇਹਨੇ ਪਰਿਭਾਸ਼ਾ ਦਿੱਤੀ ਹੈ ਜੀ। ਰਾਗ ਰਾਗਣੀ ਇਹ ਕੀ ਹੈ? ਦੇਖੋ ਜੀ, ਕਵਿਤਾ ਨੂੰ ਗਾਉਣ ਦਾ ਇੱਕ ਕੋਈ ਮਤਲਬ ਸਮਾਂ ਨਿਰਧਾਰਿਤ ਕੀਤਾ ਜਾਂਦਾ ਸੀ ਅਤੇ ਉਹਦੀਆਂ ਇੱਕ ਸੁਰਾਂ ਨਿਰਧਾਰਿਤ ਕਰ ਦਿੱਤੀਆਂ ਜਾਂਦੀਆਂ ਸੀ ਵੀ ਇਹ ਜਿਹੜਾ ਕਵਿਤਾ ਹੈ ਉਹਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਸੀ, ਉਹਦਾ ਇੱਕ ਰਾਗ ਵੀ। ਇਹ ਜੀ ਬਿਲਾਵਲ ਰਾਗ ਦੇ ਵਿੱਚ ਆ, ਜਾਂ ਧਨਾਸਰੀ ਰਾਗ ਦੇ ਵਿੱਚ ਆ, ਜਾਂ ਸੂਹੀ ਰਾਗ ਦੇ ਵਿੱਚ ਲਿਖੀ ਗਈ ਹੈ। ਅਤੇ ਇਹਦਾ ਮਤਲਬ ਕੀ ਆ ਵੀ ਆ ਜਿਹੜੇ ਰਾਗ ਜਿਨ੍ਹਾਂ ਦੇ ਮੈਂ ਨਾਂ ਲਏ ਆ, ਇਹਨਾਂ ਦੇ ਦੇਖੋ ਜੀ ਗਾਉਣ ਦੇ ਅਲੱਗ-ਅਲੱਗ ਸਮੇਂ ਆ ਜੀ, ਅਲੱਗ-ਅਲੱਗ ਸਮੇਂ ਨਿਰਧਾਰਿਤ ਕੀਤੇ ਆ। ਸੋ ਉਹ ਸਮਿਆਂ ਦੀ ਵੰਡ ਅਤੇ ਉਸ ਦੇ ਅਨੁਸਾਰ ਸੁਰਾਂ ਦੀ ਵੰਡ ਕਰਨੀ, ਉਹਨੂੰ ਕਹਿ ਦਿੱਤਾ ਜਾਂਦਾ ਸੀ ਰਾਗ ਜਾਂ ਰਾਗਣੀ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਵੀ ਕਾਫੀ ਇੱਕ ਰਾਗਣੀ ਹੈ, ਪਰ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਵੀ ਕਾਫੀ ਇੱਕ ਰਾਗਣੀ ਨਹੀਂ ਹੈ। ਸੋ ਸਿਰਫ ਤੁਸੀਂ ਪਰਿਭਾਸ਼ਾ ਧਿਆਨ ਦੇ ਵਿੱਚ ਰੱਖਣੀ ਹੈ। ਕਾਹਨ ਸਿੰਘ ਨਾਭਾ ਦੀ ਪਰਿਭਾਸ਼ਾ ਜਿਹੜੀ ਉਹ ਗਲਤ ਹੈ ਕਿਤੇ ਨਾ ਕਿਤੇ। ਅੱਗੇ ਗੱਲ ਕਰਦੇ ਆ ਜੀ ਡਾਕਟਰ ਮੋਹਨ ਸਿੰਘ ਦੀਵਾਨਾ ਦੀ। ਡਾਕਟਰ ਮੋਹਨ ਸਿੰਘ ਦੀਵਾਨਾ ਪੰਜਾਬੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ? PhD ਇਹਨਾਂ ਨੇ ਕੀਤੀ ਸੀ ਅਤੇ ਇਹਨਾਂ ਦੀ ਇੱਕ ਪੁਸਤਕ ਵੀ ਆ ਪੰਜਾਬੀ ਅਦਬ ਦੀ ਮੁਕਤਸਰ ਤਵਾਰੀਖ। ਉਹਦੇ ਵਿੱਚ ਇਹਨਾਂ ਨੇ ਪੰਜਾਬੀ ਦਾ ਜਿਹੜਾ ਕਾਲ ਹੈ, ਆਦਿ ਕਾਲ ਅਤੇ ਮੱਧ ਕਾਲ ਅਤੇ ਆਧੁਨਿਕ ਕਾਲ, ਇਹਦੇ ਬਾਰੇ ਇਹਨਾਂ ਨੇ ਇੱਕ ਵਿਚਾਰ ਚਰਚਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਗਜ਼ਲ ਦੀ ਰੀਸੋ ਰੀਸ ਬਣਿਆ ਹੋਇਆ ਇੱਕ ਛੰਦ ਹੈ। ਜਿਵੇਂ ਕਵਿਤਾ ਦੇ ਵਿੱਚੋਂ ਇੱਕ ਗਜ਼ਲ ਨਿਕਲ ਕੇ ਬਣ ਗਈ, ਇੱਕ ਤਰ੍ਹਾਂ ਦਾ ਛੰਦ ਬਣ ਗਿਆ ਗਜ਼ਲ, ਵੀ ਇਹ ਰੁਬਾਈ ਛੰਦ ਜਿਹੜਾ ਉਹਦੇ ਵਿੱਚ ਗਾਈ ਜਾਊਗੀ ਜੀ, ਰੁਬਾਈ ਦੇ ਵਿੱਚ ਗਾਈ ਜਾਊਗੀ ਗਜ਼ਲ। ਉਹਦਾ ਇੱਕ ਛੰਦ ਬਣ ਗਿਆ ਗਜ਼ਲ ਨੂੰ ਗਾਉਣ ਦਾ। ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦਾ ਵੀ ਜਿਵੇਂ ਗਜ਼ਲ ਬਣੀ ਹੈ ਇੱਕ ਛੰਦ ਰੂਪ ਦੇ ਵਿੱਚ, ਉਵੇਂ ਹੀ ਕਾਫੀ ਹੈ ਜਿਹੜੀ ਉਹ ਇੱਕ ਛੰਦ ਰੂਪ ਦੇ ਵਿੱਚ ਹੈ। ਪਰ ਮੈਂ ਤੁਹਾਨੂੰ ਫਿਰ ਦੱਸਦੀ ਹੈ ਗੱਲ ਵੀ ਕਾਫੀ ਨਾ ਤਾਂ ਇੱਕ ਰਾਗਣੀ ਹੈ ਅਤੇ ਨਾ ਇੱਕ ਛੰਦ ਦਾ ਰੂਪ ਹੈ ਜੀ। ਤੁਸੀਂ ਛੰਦ ਪੜ੍ਹ ਲਿਆ, ਤੁਹਾਨੂੰ ਪਤਾ ਹੈ ਵੀ ਛੰਦ ਕਿਹੜੇ ਹੁੰਦੇ ਆ। ਦੇਖੋ ਜੀ, ਕਾਫੀ ਛੰਦ ਨਹੀਂ ਹੈ, ਸਿਰਫ ਇੱਕ ਗਾਉਣ ਦਾ ਤਰੀਕਾ ਹੈ। ਜਿਹੜਾ ਗਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਹੈ ਵੀ ਇੱਕ ਪਹਿਲੀ ਲਾਈਨ ਹੈ ਜਿਹੜੀ ਉਹ ਸਥਾਈ ਰੂਪ ਦੇ ਵਿੱਚ ਵਾਰੀ ਰਿਪੀਟ ਕੀਤੀ ਜਾਊਗੀ, ਵਾਰੀ ਦੁਹਰਾਈ ਜਾਊਗੀ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਇਹ ਕਾਫੀ ਹੈ। ਉਸ ਤੋਂ ਬਾਅਦ ਹੈ ਜੀ ਪਰਿਭਾਸ਼ਾ ਸਭ ਤੋਂ ਵਧੀਆ ਡਾਕਟਰ ਰਤਨ ਸਿੰਘ ਜੱਗੀ ਦੀ ਕਵਿਤਾ। ਉਹਨਾਂ ਨੇ ਪੁਸਤਕ ਲਿਖੀ ਹੈ ਜੀ ਇੱਕ ਸਾਹਿਤ ਦੇ ਰੂਪ। ਉਹਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਨੇ ਪਰਿਭਾਸ਼ਾ ਦਿੱਤੀ ਹੈ ਜੀ। ਦੇਖੋ ਕੀ ਹੈ, ਉਹਨਾਂ ਨੇ ਕਿਹਾ ਹੈ ਕਿ ਕਾਫੀ ਲਈ ਵਿਸ਼ੇਸ਼ ਛੰਦ ਨਿਸ਼ਚਿਤ ਨਹੀਂ ਹੈ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ ਇਹਨਾਂ ਦੀ। ਕਾਫੀ ਹੈ ਜਿਹੜੀ ਉਹ ਕਿਸੇ ਵੀ ਛੰਦ ਦੇ ਵਿੱਚ ਲਿਖੀ ਜਾ ਸਕਦੀ ਹੈ, ਕੋਈ ਦਿੱਕਤ ਨਹੀਂ ਹੈ। ਕੋਈ ਵੀ ਛੰਦ ਜਿਹੜੇ ਤੁਸੀਂ ਪੜ੍ਹੇ ਆ, ਜਿਹੜਾ ਸਾਡਾ ਦਵਈਆ ਛੰਦ ਹੈ, ਦੋਹਰਾ ਛੰਦ ਹੈ, ਚੌਪਈ ਛੰਦ ਹੈ ਨਾ, ਇਹਦੇ ਵਿੱਚੋਂ ਕਿਸੇ ਦੇ ਵਿੱਚ ਵੀ ਕਾਫੀ ਹੈ ਜਿਹੜੀ ਉਸ ਦੀ ਰਚਨਾ ਕੀਤੀ ਜਾ ਸਕਦੀ ਹੈ। ਸੋ ਇਹਦੇ ਵਾਸਤੇ ਕੋਈ ਨਿਸ਼ਚਿਤ ਛੰਦ ਨਿਰਧਾਰਿਤ ਨਹੀਂ ਕੀਤਾ ਗਿਆ ਹੈ, ਧਿਆਨ ਰੱਖਿਓ ਇਸ ਗੱਲ ਦਾ। ਦੂਸਰੀ ਗੱਲ, ਭਾਵ ਅੱਗੇ ਮੈਂ ਲਿਖਤਾ ਵੀ ਇਹ ਕਿਸੇ ਵੀ ਰਾਗ ਵਿੱਚ ਗਾਈ ਜਾ ਸਕਦੀ ਹੈ। ਦੂਸਰੀ ਗੱਲ ਹੈ ਨਾ, ਇਹ ਇੱਥੇ ਲਿਖਿਆ ਦੇਖੋ ਜੀ, ਕਾਹਨ ਸਿੰਘ ਨਾਭਾ ਨੇ ਕਿਹਾ ਵੀ ਕਾਫੀ ਇੱਕ ਰਾਗਣੀ ਹੈ, ਭਾਵ ਇੱਕ ਰਾਗ ਦਾ ਰੂਪ ਹੈ, ਪਰ ਰਾਗ ਨਹੀਂ ਹੈ। ਕੀ ਹੈ? ਰਤਨ ਸਿੰਘ ਜੱਗੀ ਕੀ ਕਹਿੰਦਾ ਹੈ ਕਿ ਕਿਸੇ ਵੀ ਰਾਗ ਦੇ ਵਿੱਚ ਗਾਈ ਜਾ ਸਕਦੀ ਹੈ। ਦੇਖੋ ਜੀ, ਇਹਦਾ ਰਾਗ ਕੋਈ ਵੀ ਰਾਗ ਹੋ ਸਕਦਾ ਹੈ, ਧਨਾਸਰੀ ਹੋ ਸਕਦਾ ਹੈ, ਸਿਰੀ ਰਾਗ ਹੋ ਸਕਦਾ ਹੈ, ਸੋ ਜਿਵੇਂ ਬਿਲਾਵਲ ਰਾਗ ਹੋ ਸਕਦਾ ਹੈ, ਭੈਰੋ ਰਾਗ ਹੋ ਸਕਦਾ ਹੈ, ਉਸ ਤਰ੍ਹਾਂ ਕਰਕੇ ਸੋਰਠ ਰਾਗ ਹੋ ਸਕਦਾ ਹੈ, ਕੋਈ ਵੀ ਰਾਗ ਹੋ ਸਕਦਾ। ਰਾਗ ਬਹੁਤ ਹੈ ਜੀ ਗਿਣਤੀ ਦੇ ਵਿੱਚ। ਉਸ ਤੋਂ ਬਾਅਦ ਦੇਖੋ ਜੀ, ਇੱਕ ਹੋਰ ਗੱਲ ਕਹੀ ਹੈ ਰਤਨ ਸਿੰਘ ਜੱਗੀ ਨੇ। ਉਹਨਾਂ ਕਿਹਾ ਕਿ ਸੰਗੀਤਮਈ ਹੋਣਾ ਇਸ ਦੀ ਬੁਨਿਆਦੀ ਲੋੜ ਹੈ।
ਕਾਫੀ ਦੀ ਸੰਗੀਤਮਈ ਹੋਣਾ। ਜਿਵੇਂ ਕਵਾਲੀ ਦੇ ਵਿੱਚ ਨਹੀਂ ਮਗਰ ਤਾੜੀਆਂ ਵੱਜਦੀਆਂ ਹੈ ਨਾ, ਉਹ ਸੰਗੀਤਮਈ ਕਰਕੇ ਆ ਵੀ ਉਹਦੀ ਤਾਲ ਲੈ ਵਧੀਆ ਰੱਖਣ ਵਾਸਤੇ। ਸੋ ਉਵੇਂ ਹੀ ਜਿਹੜੀ ਕਾਫੀ ਹੈ ਉਹ ਵੀ ਸੰਗੀਤਮਈ ਹੋਣੀ ਚਾਹੀਦੀ ਹੈ। ਤਾਂ ਹੀ ਤਾਂ ਕਾਫੀ ਇੱਕ ਗੀਤ ਕਾਵ ਹੈ, ਸਰੋਦੀ ਕਾਵ ਹੈ ਨਾ, ਕਿਉਂਕਿ ਗੀਤ ਦੇ ਵਿੱਚ ਕੀ ਹੁੰਦਾ ਹੈ ਜੀ, ਸੰਗੀਤ ਹੁੰਦਾ ਹੈ। ਇਸੇ ਕਰਕੇ ਹੀ ਜਿਹੜੀ ਕਾਫੀ ਹੈ ਉਹਦੇ ਵਿੱਚ ਵੀ ਸੰਗੀਤ ਹੋਣਾ ਬਹੁਤ ਜ਼ਰੂਰੀ ਹੈ। ਸੰਗੀਤਮਈ ਹੋਣਾ ਇਸ ਦੀ ਬੁਨਿਆਦੀ ਲੋੜ ਹੈ, ਪਹਿਲੀ ਜ਼ਰੂਰਤ ਹੈ ਇਹਦੀ, ਸੰਗੀਤਮਈ ਹੋਣੀ ਚਾਹੀਦੀ ਹੈ ਕਾਫੀ। ਜਜ਼ਬੇ ਦੀ ਤੀਬਰਤਾ ਇਸ ਦੀ ਜਿੰਦ ਜਾਨ ਹੈ। ਦੇਖੋ ਜੀ ਸੂਫੀ ਕਵੀ ਸੀ ਨਾ, ਜਿਹੜੇ ਸੂਫੀ ਕਵੀ ਸੀ ਸਾਡੇ, ਉਹ ਪਤਾ ਕੀ ਕਰਦੇ ਹੁੰਦੇ ਸੀਗੇ, ਜਦੋਂ ਉਹ ਮਸਤੀ ਦੀ ਅਵਸਥਾ ਦੇ ਵਿੱਚ ਆ ਜਾਂਦੇ ਸੀ, ਵਜਦ ਦੀ ਅਵਸਥਾ ਜਿਹਨੂੰ ਕਹਿ ਦਿੰਦੇ ਆ, ਉਹਨਾਂ ਨੇ ਆਪਦੀ ਭਾਸ਼ਾ ਦੇ ਵਿੱਚ ਇਸ ਨੂੰ ਵਜਦ ਦੀ ਅਵਸਥਾ ਕਿਹਾ ਹੈ, ਭਾਵ ਮਸਤੀ ਦੀ ਅਵਸਥਾ ਦੇ ਵਿੱਚ ਆ ਜਾਣਾ। ਮਸਤੀ ਦੀ ਅਵਸਥਾ ਵੀ ਉਹ ਹੁਣ ਪੂਰੇ ਮਸਤ ਹੋ ਗਏ ਆ, ਦੁਨੀਆ ਦੀ ਸੁੱਧ ਬੁੱਧ ਉਹਨਾਂ ਨੂੰ ਭੁੱਲ ਗਈ ਆ, ਉਹਨਾਂ ਦੀ ਲੇਵ ਹੈ ਜਿਹੜੀ ਆਪਣੇ ਰੱਬ ਨਾਲ ਲੱਗ ਗਈ ਹੈ। ਉਹਨੂੰ ਕਹਿ ਦਿੰਦੇ ਸੀ ਵੀ ਉਹ ਮਸਤੀ ਦੀ ਅਵਸਥਾ। ਹੁਣ ਉਹਨਾਂ ਵਾਸਤੇ ਦੁੱਖ ਸੁੱਖ ਸਾਰੇ ਇੱਕ ਸਮਾਨ ਹੋ ਗਏ ਆ ਜੀ, ਪੂਰੇ ਮਸਤ ਹੈ ਜੀ ਉਹ ਆਪਣੇ ਆਪ ਦੇ ਵਿੱਚ। ਜਦੋਂ ਪੂਰੇ ਮਸਤ ਹੋ ਗਏ ਫਿਰ ਉਹ ਵਜਦ ਜਾਂ ਮਸਤੀ ਦੀ ਅਵਸਥਾ ਦੇ ਵਿੱਚ ਜਦੋਂ ਆ ਜਾਂਦੇ ਸੀ, ਉਦੋਂ ਉਹ ਕਾਫੀ ਗਾਉਂਦੇ ਹੁੰਦੇ ਸੀਗੇ। ਉਦੋਂ ਸੂਫੀ ਜਿਹੜੇ ਕਵੀ ਸੀ ਉਹ ਕਾਫੀ ਨੂੰ ਗਾਇਨ ਕਰਦੇ ਹੁੰਦੇ ਸੀ, ਕਾਫੀ ਦਾ। ਸੋ ਇਹਦੇ ਵਿੱਚ ਕੀ ਹੈ, ਸੋ ਉਹ ਜਿਹੜੀ ਮਸਤੀ ਵਾਲੀ ਅਵਸਥਾ ਹੈ ਉਹਨੂੰ ਇੱਥੇ ਲਿਖਿਆ ਗਿਆ ਹੈ, ਜਜ਼ਬੇ ਦੀ ਤੀਬਰਤਾ ਇਸ ਦੀ ਜਿੰਦ ਜਾਨ ਹੈ, ਭਾਵ ਭਾਵਾਂ ਦੀ ਤੀਬਰਤਾ। ਜਦੋਂ ਇੱਕ ਸੂਫੀ ਕਵੀ ਦੇ ਸੰਵੇਗ ਨੇ ਜਿਹੜੇ ਉਹ ਮਸਤੀ ਦੀ ਅਵਸਥਾ ਦੇ ਵਿੱਚ ਪੂਰੇ ਹੋ ਜਾਂਦੇ ਸੀ, ਉਹਦੇ ਇਮੋਸ਼ਨ ਜਿਹੜੇ ਉਹ ਪੂਰੇ ਮਸਤ ਹੋ ਜਾਂਦੇ ਸੀਗੇ, ਤਾਂ ਉਦੋਂ ਉਹ ਕੀ ਕਰਦਾ ਸੀ, ਕਾਫੀ ਦੀ ਰਚਨਾ ਕਰਦਾ ਹੁੰਦਾ ਸੀ, ਕਾਫੀ ਗਾਉਂਦਾ ਹੁੰਦਾ ਸੀ ਉਦੋਂ ਇੱਕ ਸੂਫੀ ਕਵੀ ਜੀ। ਦੇਖੋ ਜੀ ਹੁਣ ਮੈਂ ਇੱਕ ਨੋਟ ਲਾ ਕੇ ਗੱਲ ਲਿਖੀ ਹੈ ਜੀ ਕਿ ਸੂਫੀਆਂ ਦੀਆਂ ਮਹਿਫਲਾਂ ਜਾਂ ਮਜਲਿਸਾਂ ਦਾ, ਮਜਲਿਸਾਂ ਦਾ ਅਰਥ ਮੈਂ ਦੱਸਦਾ, ਮਜਲਿਸ ਦਾ ਅਰਥ ਹੁੰਦਾ ਬੈਠਣ ਦੀ ਜਗ੍ਹਾ। ਜਿੱਥੇ ਸੂਫੀ ਕਵੀ ਬੈਠਦੇ ਸਨ ਉਹਨੂੰ ਕਹਿ ਦਿੰਦੇ ਸੀ ਮਜਲਿਸ, ਜਾਂ ਦੂਸਰੇ ਸ਼ਬਦਾਂ ਦੇ ਵਿੱਚ ਮਹਿਫਲਾਂ। ਸੋ ਸੂਫੀਆਂ ਦੀਆਂ ਮਹਿਫਲਾਂ ਜਾਂ ਮਜਲਿਸਾਂ ਵਿੱਚ ਬੈਠ ਕੇ ਗਾਈ ਜਾਣ ਵਾਲੀ ਇੱਕ ਸਰੋਦੀ ਗੀਤ ਕਾਵ ਕਵਿਤਾ ਹੈ ਇੱਕ, ਉਹਨੂੰ ਕਹਿ ਦਿੰਦੇ ਹਾਂ ਜੀ ਆਪਾਂ ਕਾਫੀ। ਉਸ ਤੋਂ ਬਾਅਦ ਦੇਖੋ ਜੀ ਕਾਫੀ ਦੇ ਵਿੱਚ 4 ਕਲਾਵਾਂ ਦਾ ਸੁਮੇਲ ਹੁੰਦਾ ਹੈ। 4 ਕਲਾ ਜ਼ਰੂਰੀ ਹੁੰਦੀਆਂ ਇਹਦੇ ਵਾਸਤੇ, 4 ਤਰ੍ਹਾਂ ਦੀ। ਜੇਕਰ 4 ਕਲਾਵਾਂ ਨਹੀਂ ਹਨ ਤਾਂ ਇਹਦਾ ਮਤਲਬ ਉਹ ਕਾਫੀ ਨਹੀਂ ਹੈ। ਦੇਖੋ ਜੀ ਪਹਿਲਾ ਨੰਬਰ ਕਾਵ, ਮੈਂ ਤੁਹਾਨੂੰ ਦੱਸਦਾ ਨਾ ਵੀ ਕਾਫੀ ਹੈ ਜਿਹੜੀ ਉਹ ਕਵਿਤਾ ਦੇ ਵਿੱਚ ਲਿਖੀ ਜਾਂਦੀ ਹੈ, ਇਸ ਕਰਕੇ ਪਹਿਲੀ ਕਲਾ ਹੋਣੀ ਚਾਹੀਦੀ ਹੈ ਕਾਵ, ਭਾਵ ਕਵਿਤਾ ਰੂਪ ਉਸ ਦਾ ਹੋਣਾ ਚਾਹੀਦਾ। ਪਹਿਲਾ ਰੂਪ ਹੋਣਾ ਚਾਹੀਦਾ ਕਵਿਤਾ ਰੂਪ, ਹੈ ਨਾ। ਉੱਤੇ ਆਪਾਂ ਗੱਲ ਕਰ ਚੁੱਕੇ ਹਾਂ ਜੀ, ਦੇਖੋ ਹੈ ਨਾ। ਕਾਫੀ ਹੈ ਜਿਹੜੀ ਉਹ ਕਵਿਤਾ ਰੂਪ ਦੇ ਵਿੱਚ ਰਚੀ ਜਾਂਦੀ ਹੈ, ਵਾਰਤਕ ਰੂਪ ਦੇ ਵਿੱਚ ਨਹੀਂ ਰਚੀ ਜਾਂਦੀ, ਪਦ ਰੂਪ ਦੇ ਵਿੱਚ ਰਚੀ ਜਾਂਦੀ ਹੈ, ਗਦ ਰੂਪ ਦੇ ਵਿੱਚ ਨਹੀਂ ਰਚੀ ਜਾਂਦੀ। ਦੂਸਰੀ ਦੇਖੋ ਜੀ ਤਾਲ ਹੋਣਾ ਬਹੁਤ ਜ਼ਰੂਰੀ ਹੈ ਕਾਫੀ ਦੇ ਵਿੱਚ। ਬਿਲਕੁਲ ਜੀ, ਜਦੋਂ ਮਜਲਿਸਾਂ ਦੇ ਵਿੱਚ ਬਹਿ ਕੇ ਸੂਫੀ ਗਾਉਂਦੇ ਸੀ, ਇੱਕ ਜਿਹੜਾ ਕਵੀ ਹੁੰਦਾ ਸੀ ਉਹ ਆਪਦੀ ਲਾਈਨ ਬੋਲਦਾ ਸੀ ਤੇ ਦੂਜੇ ਮਗਰ ਮਗਰ ਦੁਹਰਾਉਂਦੇ ਸੀ ਤੇ ਨਾਲ ਨਾਲ ਤਾੜੀਆਂ ਮਾਰਦੇ ਸੀ। ਤਾੜੀਆਂ ਮਾਰਦੇ ਕਾਹਤੋਂ ਸੀ ਜੀ, ਤਾਲ ਦਾ ਕਰਕੇ, ਹੈ ਨਾ। ਤਾਲ ਲੈ ਹੋਣੀ ਜ਼ਰੂਰੀ ਹੈ ਨਾ। ਸੋ ਤਾਲ ਕਿਉਂ ਸੀ, ਲੈ ਦੇ ਕਾਰਨ, ਹੈ ਨਾ। ਸੋ ਤਾਲ ਦਾ ਸੰਬੰਧ ਲੈ ਨਾਲ ਹੈ ਜੀ, ਹੈ ਨਾ। ਜਿਹੜੀ ਉਹ ਕਵਿਤਾ ਗਾਉਣੀ ਹੈ ਉਹਨਾਂ ਨੇ, ਕਾਫੀ ਕਵਿਤਾ ਜਿਹੜੀ ਗਾਉਣੀ ਹੈ, ਕਾਫੀ ਕਾਵ ਜਦੋਂ ਉਹਨਾਂ ਨੇ ਗਾਉਣਾ ਹੈ ਤਾਂ ਉਦੋਂ ਉਹਨਾਂ ਨੇ ਲੈ ਦਾ ਵੀ ਤਾਂ ਧਿਆਨ ਰੱਖਣਾ ਹੈ ਨਾ, ਲੈ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਜੀ ਨਾਚ। ਦੇਖੋ ਜੀ ਪਤਾ ਕੀ ਕਰਦੇ ਸੀ ਸੂਫੀ ਕਵੀ, ਜਦੋਂ ਮਸਤੀ ਦੀ ਅਵਸਥਾ ਦੇ ਵਿੱਚ ਆਉਂਦੇ ਸੀ ਨਾ, ਮਸਤੀ ਦੀ ਅਵਸਥਾ ਦੇ ਵਿੱਚ ਉਦੋਂ ਬਹੁਤ ਨੱਚਦੇ ਹੁੰਦੇ ਸੀ ਉਹ। ਬੁੱਲੇ ਸ਼ਾਹ ਦੇ ਬਾਰੇ ਕਿਹਾ ਜਾਂਦਾ ਵੀ ਉਹ ਬਹੁਤ ਨੱਚਦਾ ਹੁੰਦਾ ਸੀ, ਬੁੱਲੇ ਸ਼ਾਹ। ਸੋ ਉਹ ਜਿਹੜਾ ਇੱਕ ਸੂਫੀ ਕਵੀ ਹੋਇਆ ਜੀ ਸਾਈਂ ਬੁੱਲੇ ਸ਼ਾਹ, ਸੋ ਉਹ ਜਦੋਂ ਕੀ ਹੈ, ਜਦੋਂ ਵਜਦ ਜਾਂ ਮਸਤੀ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਸੀਗਾ ਉਦੋਂ ਉਹ ਨਾਚ ਸ਼ੁਰੂ ਕਰ ਦਿੰਦਾ ਸੀ, ਨੱਚਣਾ। ਸੋ ਉਹ ਦੇਖੋ ਜੀ ਕਾਫੀ ਦੇ ਵਿੱਚ 4, ਚੌਥੀ ਗੱਲ ਕਿਹੜੀ ਹੈ ਜੀ, ਰਾਗ। ਉਹਦੇ ਬਾਰੇ ਮੈਂ ਗੱਲ ਕਰ ਚੁੱਕਿਆ ਵੀ ਕਾਫੀ ਹੈ ਜਿਹੜੀ ਉਹ ਕਿਸੇ ਵੀ ਰਾਗ ਦੇ ਵਿੱਚ ਲਿਖੀ ਜਾਂ ਗਾਈ ਜਾ ਸਕਦੀ ਹੈ। ਅਜਿਹੀ ਕੋਈ ਸ਼ਰਤ ਨਹੀਂ ਹੈ ਕਿ ਇਹ ਐਸੇ ਰਾਗ ਦੇ ਵਿੱਚ ਹੀ ਹੋਣੀ ਚਾਹੀਦੀ ਹੈ, ਇਹ ਬਿਲਾਵਲ ਦੇ ਵਿੱਚ ਹੀ ਹੋਣੀ ਚਾਹੀਦੀ ਹੈ, ਧਨਾਸਰੀ ਰਾਗ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਇਹ ਰਾਗ ਦੇ ਬਾਰੇ ਮੈਂ ਦੱਸ ਦਿੱਤਾ ਹੈ ਜੀ ਕਿ ਕਵਿਤਾ ਨੂੰ ਗਾਉਣ ਦਾ ਇੱਕ ਸਮਾਂ ਨਿਰਧਾਰਿਤ ਕੀਤਾ, ਉਸ ਦੀਆਂ ਸੁਰਾਂ ਨਿਰਧਾਰਿਤ ਕਰਤੀਆਂ ਵੀ ਇਹਨਾਂ ਸੁਰਾਂ ਦੇ ਵਿੱਚ ਤੇ ਇਸ ਸਮੇਂ ਕਵਿਤਾ ਗਾਉਣੀ ਹੈ, ਤੇ ਉਹਨੂੰ ਇੱਕ ਰਾਗ ਦਾ ਨਾਮ ਦੇ ਦਿੱਤਾ ਜਾਂਦਾ ਸੀ ਜੀ, ਉਹਨੂੰ ਕਹਿ ਦਿੰਦੇ ਸੀ ਰਾਗ। ਸੋ ਇੱਥੇ ਕੀ ਹੈ, ਦੇਖੋ ਜੀ ਰਾਗ ਬਹੁਤ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਨੇ ਕੁੱਲ।
ਹੁਣ 31 ਰਾਗਾਂ ਦੇ ਵਿੱਚੋਂ ਕਹਿਣ ਦਾ ਮਤਲਬ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੀ ਕਰੀਏ ਆਪਾਂ ਤਾਂ ਉਹ 31 ਰਾਗਾਂ ਦੇ ਵਿੱਚੋਂ ਕਿਸੇ ਵੀ ਰਾਗ ਦੇ ਵਿੱਚ ਕਾਫੀ ਗਾਈ ਜਾ ਸਕਦੀ ਹੈ। ਸੋ ਰਾਗ ਵੀ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਵੀ ਹੋਵੇ, ਧਨਾਸਰੀ ਹੋਵੇ, ਸੋਰਠ ਹੋਵੇ, ਬਿਲਾਵਲ ਹੋਵੇ। ਸੋ ਇਸ ਤਰ੍ਹਾਂ ਕਰਕੇ ਜਿੰਨੇ ਵੀ ਰਾਗ ਨੇ 4 ਕਲਾਵਾਂ ਦਾ ਸੁਮੇਲ ਹੈ ਜੀ ਕਾਫੀ। ਪਹਿਲੀ ਗੱਲ ਕਵਿਤਾ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ, ਦੂਜਾ ਉਸ ਦੇ ਵਿੱਚ ਲੈ ਜਾਂ ਤਾਲ ਹੋਣੀ ਚਾਹੀਦੀ ਹੈ, ਤੀਸਰੀ ਗੱਲ ਸੂਫੀ ਕਵੀ ਜਦੋਂ ਗਾਉਣਗੇ ਤੇ ਉਹ ਪੱਕੀ ਗੱਲ ਹੈ ਵੀ ਮਸਤੀ ਦੀ ਅਵਸਥਾ ਦੇ ਵਿੱਚ ਨੱਚਣਗੇ ਵੀ ਨਾਲ, ਨੱਚਣਾ ਹੋ ਗਿਆ 3 ਗੱਲਾਂ। ਚੌਥੀ ਗੱਲ ਰਾਗਬੱਧ ਹੋਣੀ ਚਾਹੀਦੀ ਹੈ ਜਿਹੜੀ ਇਹ ਕਾਫੀ ਹੈ। ਸੋ ਇਹਦੇ ਵਿੱਚ ਰਾਗ ਹੋਣਾ ਚਾਹੀਦਾ, ਨਾਚ ਹੋਣਾ ਚਾਹੀਦਾ, ਤਾਲ ਹੋਣਾ ਚਾਹੀਦਾ ਅਤੇ ਕਾਵ ਹੋਣਾ ਚਾਹੀਦਾ। 4 ਤਰ੍ਹਾਂ ਦੀਆਂ ਕਲਾਵਾਂ ਜਦੋਂ ਹੁੰਦੀਆਂ ਸੀ ਕਾਫੀ ਦੇ ਵਿੱਚ ਤਾਂ ਉਹ ਇੱਕ ਬਣ ਜਾਂਦੀ ਸੀ ਕਾਫੀ। ਸੋ ਇਹ ਹੈ ਜੀ ਸਾਡੀ ਕਾਫੀ। ਹੁਣ ਆਪਾਂ ਹੋਰ ਵੀ ਇਹਦੇ ਵਿੱਚ ਦੇਖਦੇ ਹਾਂ ਕਾਫੀ ਦੇ ਕੋਈ ਤੱਤ ਵਗੈਰਾ ਅਗਰ ਹੈ ਨਾ। ਹੁਣ ਮੈਨੂੰ ਯਕੀਨ ਹੈ ਕਿ ਤੁਹਾਨੂੰ ਕਾਫੀ ਦਾ ਜਿਹੜਾ ਇੱਕ ਰੂਪ ਰੇਖਾ ਸਮਝ ਆ ਗਈ ਹੈ ਜੀ ਵੀ ਇਹ ਕਵਿਤਾ ਰੂਪ ਦੇ ਵਿੱਚ ਹੀ ਲਿਖੀ ਜਾਂਦੀ ਹੈ, ਸਾਹਿਤ ਦਾ ਰੂਪ ਹੈ ਜੀ ਇੱਕ, ਅਤੇ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਾਬਦਿਕ ਅਰਥ ਵੀ ਮੈਂ ਲਿਖਤੇ ਹੈ ਜੀ। ਉਸ ਤੋਂ ਬਾਅਦ ਅੱਗੇ ਜੋ ਵੀ ਜਮਾਂ ਇੰਪੋਰਟੈਂਟ ਲੈਣਾ ਜੀ ਤੁਹਾਡੀਆਂ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਨੇ ਇਹ ਜਮਾਂ ਇੰਪੋਰਟੈਂਟ ਗੱਲਾਂ ਨੇ, ਇਹ ਬੇਸਿਕ ਗੱਲਾਂ ਨੇ ਅਤੇ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਾਡਾ ਕਨਸੈਪਟ ਕਲੀਅਰ ਕਰਨ ਵਾਲੀਆਂ ਗੱਲਾਂ ਨੇ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਹਨ। ਹਾਂਜੀ, ਹੁਣ ਗੱਲ ਕਰਦੇ ਹਾਂ ਜੀ ਕਾਫੀ ਦੇ 4 ਤੱਤਾਂ ਬਾਰੇ, ਅਤੇ ਨਾਲ ਹੀ ਆਪਾਂ ਗੱਲ ਕਰਨੀ ਹੈ ਜੀ ਕਾਫੀਆਂ ਦੇ ਵਰਗੀਕਰਨ ਦੀ। 4 ਤਰੀਕੇ ਨਾਲ ਵਰਗੀਕਰਨ ਹੈ ਜੀ। ਕਾਫੀ ਦੇ 4 ਤੱਤ ਨੇ। ਇਹ ਜਿਹੜੇ ਤੱਤ ਨੇ ਅਤੇ ਵਰਗੀਕਰਨ ਨੇ, ਇਹ ਜਿਹੜੀ ਆਪਾਂ ਰਤਨ ਸਿੰਘ ਜੱਗੀ ਦੀ ਪੁਸਤਕ ਦੀ ਗੱਲ ਕੀਤੀ ਸੀ ਸਾਹਿਤ ਦਾ ਰੂਪ, ਉਹਦੇ ਵਿੱਚ ਉਹਨਾਂ ਨੇ ਦਿੱਤੇ ਆ ਜੀ। ਕਾਫੀ ਦੇ 4 ਤੱਤ ਦੱਸੇ ਨੇ ਉਹਨਾਂ ਨੇ, ਅਤੇ ਕਾਫੀਆਂ ਦਾ ਵਰਗੀਕਰਨ 4 ਤਰੀਕੇ ਦੇ ਨਾਲ ਕੀਤਾ ਹੈ ਜੀ। ਲਓ ਜੀ ਦੇਖ ਲਓ ਜੀ ਕਾਫੀ ਦੇ 4 ਤੱਤ ਕਿਹੜੇ ਕਿਹੜੇ ਨੇ। ਜਿਵੇਂ ਸਾਡਾ ਸਰੀਰ 5 ਤੱਤਾਂ ਤੋਂ ਬਣਿਆ, ਉਵੇਂ ਕਾਫੀ 4 ਤੱਤਾਂ ਤੋਂ ਬਣੀ ਹੈ ਜੀ, 4 ਤੱਤਵ ਤੋਂ ਬਣੀ ਹੈ। ਪਹਿਲਾ ਹੈਗਾ ਜੀ ਰਹੱਸਵਾਦੀ ਅਨੁਭਵ। ਰਹੱਸਵਾਦ ਮਤਲਬ ਕੋਈ ਚੀਜ਼ ਹੈ ਜਿਹੜੀ ਉਹ ਰਹੱਸਮਈ ਹੈ, ਛੁਪੀ ਹੋਈ ਹੈ ਨਾ। ਸੋ ਉਹਦੇ ਵਾਸਤੇ ਹੈ ਸੂਫੀ ਕਾਵ ਰੂਪ ਹੋਣ ਦੇ ਕਾਰਨ ਕਾਫੀ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਕਾਫੀ ਹੈ ਜਿਹੜਾ ਇੱਕ ਸੂਫੀ ਕਾਵ ਰੂਪ ਹੈ, ਕਿਉਂਕਿ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਕਾਫੀਆਂ ਰਚਣ ਵਾਲੇ ਸੂਫੀ ਕਵੀ ਹੀ ਸਨ। ਇਸੇ ਕਰਕੇ ਸੂਫੀਆਂ ਦੀ ਗੱਲ ਹੋ ਗਈ ਹੈ ਜੀ। ਪਰਿਭਾਸ਼ਾ ਦਾ ਸਾਨੂੰ ਪਤਾ ਲੱਗ ਗਿਆ ਵੀ ਸੂਫੀ ਕੌਣ ਹੁੰਦੇ ਨੇ, ਹੈ ਨਾ। ਸੋ ਇੱਥੇ ਕੀ ਹੈ ਕਿ ਕਾਫੀਆਂ ਦੀ ਰਚਨਾ ਸਭ ਤੋਂ ਪਹਿਲਾਂ ਸੂਫੀ ਕਵੀਆਂ ਨੇ ਕੀਤੀ ਹੈ। ਇਸੇ ਕਰਕੇ ਸੂਫੀ ਕਾਵ ਰੂਪ ਹੋਣ ਕਾਰਨ ਇਹਨਾਂ ਦਾ ਵਿਸ਼ਾ ਜਿਹੜਾ ਵਿਸ਼ਾ ਉਹ ਹੈਗਾ ਜੀ ਅਧਿਆਤਮਕ। 4 ਤੱਤਾਂ ਦੀ ਗੱਲ ਕਰੀਏ ਤਾਂ ਰਹੱਸਵਾਦੀ ਅਨੁਭਵ ਦਾ ਸੰਬੰਧ ਹੈ ਜੀ ਅਧਿਆਤਮਿਕਤਾ ਦੇ ਨਾਲ। ਅਧਿਆਤਮਿਕ ਦਾ ਮਤਲਬ ਪਰਮਾਤਮਾ ਦੀ ਗੱਲ ਕਰਨੀ, ਰੱਬ ਦੀ ਗੱਲ ਕਰਨੀ, ਰੱਬ ਦੀ ਹੋਂਦ ਦੀ ਗੱਲ ਕਰਨੀ, ਐਗਜ਼ਿਸਟੈਂਸ ਦੀ ਗੱਲ ਕਰਨੀ, ਰੱਬ ਦੇ ਅਸਤਿਤਵ ਦੀ ਗੱਲ ਕਰਨੀ। ਉਦੋਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਰਹੱਸਵਾਦੀ ਅਨੁਭਵ, ਹੈ ਨਾ। ਸੋ ਇੱਥੇ ਕੀ ਹੈ ਜੀ ਸੂਫੀ ਕਾਵ ਰੂਪ ਹੋਣ ਕਾਰਨ ਕਾਫੀਆਂ ਦਾ ਜਿਹੜਾ ਵਿਸ਼ਾ ਹੈ ਉਹ ਜ਼ਿਆਦਾਤਰ ਅਧਿਆਤਮਿਕ ਹੈ। ਦੂਸਰੀ ਗੱਲ ਇਸ ਦੇ ਵਿੱਚ ਕੀ ਹੈ ਰਹੱਸਵਾਦੀ ਅਨੁਭਵ ਹੈ। ਜੋ ਸਾਡਾ ਭਾਵ ਹੈ ਉਹ ਰਹੱਸਵਾਦੀ ਹੈ। ਸਾਨੂੰ ਐਕਸਪੀਰੀਅੰਸ ਕਿਹੋ ਜਿਹਾ ਮਿਲਦਾ, ਰਹੱਸਵਾਦੀ ਐਕਸਪੀਰੀਅੰਸ, ਭਾਵ ਕੋਈ ਚੀਜ਼ ਲੁਕੀ ਹੋਈ ਹੈ। ਪਰਮਾਤਮਾ ਜਿਹੜਾ ਉਹ ਲੁਕਿਆ ਹੋਇਆ ਹੈ, ਉਹ ਇੱਕ ਛਿਪਣ ਦੀ ਅਵਸਥਾ ਦੇ ਵਿੱਚ ਹੈ ਨਾ। ਉਸ ਨੂੰ ਪ੍ਰਗਟ ਕਰਨਾ, ਫਿਰ ਉਸ ਨੂੰ ਮਹਿਸੂਸ ਕਰਨਾ, ਪਰਮਾਤਮਾ ਦੀ ਸ਼ਕਤੀ ਨੂੰ, ਉਸ ਦੀ ਤਾਕਤ। ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਅਸੀਂ ਨੀਵੇਂ ਤੁਸੀਂ ਉੱਚੇ ਸਾਂ, ਸਾਡੀ ਪੇਸ਼ ਨਾ ਗਈਆ ਕਾਈ। ਇਹ ਹੈ ਰਹੱਸਵਾਦੀ ਅਨੁਭਵ ਦੀ ਕਵਿਤਾ ਕਿ ਪਰਮਾਤਮਾ ਸੁਪਨੇ ਦੇ ਵਿੱਚ ਮਿਲਿਆ ਅਤੇ ਉਸ ਦੀ ਛੋਹ ਮਾਤਰ ਵੀ ਪ੍ਰਾਪਤ ਨਹੀਂ ਹੋਈ। ਸੋ ਇਹਨੂੰ ਕਿਹਾ ਜਾਂਦਾ ਰਹੱਸਵਾਦ। ਕੁਛ ਚੀਜ਼ ਜਿਹੜੀ ਰਹੱਸਮਈ ਛੁਪੀ ਹੋਈ ਚੀਜ਼, ਉਹਦੇ ਵਾਸਤੇ ਆਪਾਂ ਕਹਿ ਦਿੰਦੇ ਹਾਂ। ਸੋ ਇਹ ਸਭ ਤੋਂ ਪਹਿਲਾ ਤੱਤ ਹੈ ਕਿ ਜਦੋਂ ਆਪਾਂ ਇੱਕ ਕਾਫੀ ਪੜ੍ਹਾਂਗੇ ਤਾਂ ਉਦੋਂ ਸਾਨੂੰ ਰਹੱਸਵਾਦੀ ਅਨੁਭਵ ਹੋਵੇਗਾ। ਉਹਦੇ ਨਾਲ ਕੀ ਹੋਵੇਗਾ, ਵਿਸ਼ਾ ਕੀ ਹੋਵੇਗਾ, ਅਧਿਆਤਮਿਕ ਹੋਵੇਗਾ। ਦੂਸਰੀ ਗੱਲ ਹੈ ਜੀ ਦੇਖੋ ਕਾਫੀ ਦਾ ਦੂਸਰਾ ਤੱਤ ਹੈ ਲਹਿੰਦੀ ਉਪਭਾਸ਼ਾ। ਪੰਜਾਬੀ ਦੀ ਇੱਕ ਉਪਭਾਸ਼ਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਲਹਿੰਦੀ ਉਪਭਾਸ਼ਾ। ਸੋ ਇਹ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਹੈ
ਉੱਥੋਂ ਇੱਕ ਹੈਗਾ ਜੀ ਸ਼ਹਿਰ ਮੁਲਤਾਨ, ਉੱਥੋਂ ਦੀ ਬੋਲੀ ਹੈ ਜੀ। ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹੜੇ ਸੂਫੀ ਕਵੀ ਨੇ ਉਹ ਮੁਲਤਾਨ ਤੋਂ ਹੀ ਆਏ ਨੇ ਜਾਂ ਮੁਲਤਾਨ ਦੇ ਵਿੱਚ ਹੀ ਆ ਕੇ ਵਸੇ ਨੇ। ਅਤੇ ਉਹਨਾਂ ਨੇ ਕੀ ਕੀਤਾ, ਜਿਹੜੀਆਂ ਕਾਫੀਆਂ ਸੀ ਉਹਨਾਂ ਦੀ ਭਾਸ਼ਾ ਕਿਹੜੀ ਹੈ ਜੀ, ਲਹਿੰਦੀ ਉਪਭਾਸ਼ਾ ਦੀ ਵਰਤੋਂ ਕੀਤੀ ਹੈ ਜੀ ਉਹਨਾਂ ਨੇ। ਸੋ ਮੁਲਤਾਨ ਦੇ ਏਰੀਏ ਦੇ ਹੋਣ ਕਾਰਨ ਉਹਨਾਂ ਨੇ ਲਹਿੰਦੀ ਉਪਭਾਸ਼ਾ ਦੀ ਵਰਤੋਂ ਕੀਤੀ ਹੈ। ਅਤੇ ਇਹ ਕੀ ਹੈ, ਕਾਫੀ ਸਭ ਤੋਂ ਪਹਿਲਾਂ ਲਹਿੰਦੀ ਉਪਭਾਸ਼ਾ ਦੇ ਵਿੱਚ ਰਚੀ ਗਈ ਸੀ। ਇੱਕ ਅੱਧੀ ਆਪਾਂ ਕਾਫੀ ਵੇਖਾਂਗੇ, ਉਹਦੇ ਵਿੱਚ ਸਾਨੂੰ ਪਤਾ ਲੱਗ ਜੂਗਾ ਕਿ ਲਹਿੰਦੀ ਉਪਭਾਸ਼ਾ ਕਿਵੇਂ ਦੀ ਹੈ। ਹੁਣ ਦੇਖਦੇ ਹਾਂ ਜੀ ਰਾਗਾਤਮਕਤਾ, ਇਹਦੇ ਬਾਰੇ ਆਪਾਂ ਵਾਰ-ਵਾਰ ਗੱਲ ਕੀਤੀ ਹੈ ਜੀ। ਇੱਕ ਕਾਫੀ ਦੇ ਵਿੱਚ ਰਾਗ ਹੋਣਾ ਠੀਕ ਹੈ ਜੀ, ਚਾਹੀਦਾ ਹੈ, ਨਾਲ ਕੀ ਹੈ ਸੰਗੀਤ ਵੀ ਹੋਣਾ ਚਾਹੀਦਾ ਹੈ। ਸੋ ਰਾਗ ਪਲੱਸ ਸੰਗੀਤ ਦਾ ਮੇਲ ਹੈ ਇੱਕ, ਉਹਨੂੰ ਕਹਿ ਦਿੰਦੇ ਕਾਫੀ। ਇਹ ਵੀ ਕਾਫੀ ਦਾ ਇੱਕ ਤੱਤ ਹੈ। ਸੋ ਚੌਥਾ ਤੱਤ ਹੈ ਕਿ ਕਾਫੀ ਸਮੂਹ ਲਈ ਪ੍ਰੇਰਣਾ ਦਿੰਦੀ ਹੈ। ਕਿਉਂਕਿ ਜਿਹੜੀ ਕਾਫੀ ਹੈ ਉਹ ਇੱਕ ਸਮੂਹਿਕ ਗਾਣ ਹੈ, ਸਮੂਹ ਗਾਣ ਹੈ, ਸਮੂਹ ਦੇ ਰੂਪ ਵਿੱਚ ਗਾਈ ਜਾਂਦੀ ਹੈ। ਆਪਾਂ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ। ਸੂਫੀ ਕਵੀ ਜਦੋਂ ਮਜਲਿਸਾਂ ਦੇ ਵਿੱਚ ਬਹਿੰਦੇ ਸੀ, ਹਾਲ ਅਤੇ ਵਜਦ ਦੀ ਅਵਸਥਾ ਦੇ ਵਿੱਚ, ਹਾਲ ਅਤੇ ਵਜਦ ਦੀ ਅਵਸਥਾ ਭਾਵ ਉਹਨਾਂ ਦੀ ਜਿਹੜੀ ਹਾਲਾਤ, ਹਾਲ ਜਿਹੜੇ ਉਹਨਾਂ ਦਾ ਜਿਹੜਾ ਸਿਚੁਏਸ਼ਨ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਕਿ ਉਹ ਇੱਕ ਮਸਤੀ ਦੀ ਅਵਸਥਾ ਦੇ ਵਿੱਚ ਆ ਗਏ ਹਨ। ਸੋ ਉਸ ਮਸਤੀ ਦੀ ਅਵਸਥਾ ਦੇ ਵਿੱਚ ਜਦੋਂ ਉਹਨਾਂ ਨੇ ਆ ਜਾਣਾ ਕਵੀਆਂ ਨੇ, ਉਦੋਂ ਉਹਨਾਂ ਨੇ ਕਾਫੀ ਨੂੰ ਇੱਕ ਜਾਣੇ ਨੇ ਗਾਉਣਾ ਅਤੇ ਦੂਜਿਆਂ ਨੇ ਮਗਰ ਦੁਹਰਾਉਣਾ। ਸੋ ਉਹ ਹੋ ਗਏ, ਕੀ ਹੋ ਗਿਆ ਜੀ, ਉਹ ਇੱਕ ਸਮੂਹ ਗਾਇਨ ਹੋ ਗਿਆ। ਸੋ ਸਮੂਹ ਦੇ ਰੂਪ ਵਿੱਚ ਆ, ਇਸ ਕਰਕੇ ਕਾਫੀ ਹੈ ਜਿਹੜੀ ਉਹ ਸਮੂਹ ਲਈ ਪ੍ਰੇਰਣਾ ਦਿੰਦੀ ਹੈ, ਪੂਰੇ ਸਮੂਹ ਲਈ। ਹੁਣ ਹੈ ਜੀ ਕਾਫੀਆਂ ਦਾ ਵਰਗੀਕਰਨ ਵੀ, ਕਿੰਨੇ ਪ੍ਰਕਾਰ ਦੀਆਂ ਕਾਫੀਆਂ ਲਿਖੀਆਂ ਜਾ ਸਕਦੀਆਂ ਹਨ ਜਾਂ ਲਿਖੀਆਂ ਜਾ ਚੁੱਕੀਆਂ ਹਨ। ਦੇਖੋ ਜੀ ਪਹਿਲੀ ਹੈ ਜੀ ਰਹੱਸਵਾਦੀ ਕਾਫੀਆਂ। ਰਹੱਸਵਾਦੀ ਅਨੁਭਵ ਹੋਣਾ ਜ਼ਰੂਰੀ ਹੈ। ਅਤੇ ਕਾਫੀ ਇੱਕ ਕਿਹੜੀ ਹੈ, ਰਹੱਸਵਾਦੀ ਕਾਫੀ। ਕਿਉਂਕਿ ਸਭ ਤੋਂ ਪਹਿਲਾਂ ਦੇਖੋ ਜੀ ਸੂਫੀਆਂ ਨੇ ਲਿਖਣਾ ਸ਼ੁਰੂ ਕੀਤਾ। ਉਹਨਾਂ ਨੇ ਕੀ ਕੀਤਾ, ਇਹਦਾ ਵਿਸ਼ਾ ਰੱਖਿਆ ਅਧਿਆਤਮਿਕ ਵਿਸ਼ਾ ਜਦੋਂ ਰੱਖਿਆ ਅਤੇ ਉਹਨਾਂ ਨੇ ਫਿਰ ਕਿਹੜੀਆਂ ਕਾਫੀਆਂ ਲਿਖੀਆਂ, ਰਹੱਸਵਾਦੀ ਕਾਫੀਆਂ। ਜਿਹੜਾ ਰਹੱਸਵਾਦ ਸ਼ਬਦ ਹੀ ਹੈ, ਇਹ ਸ਼ਬਦ ਹੀ ਮਤਲਬ ਸੂਫੀ ਕਾਵ ਦੇ ਨਾਲ ਸੰਬੰਧਿਤ ਹੈ, ਰਹੱਸਵਾਦ। ਸੋ ਇੱਥੇ ਕੀ ਹੈ ਜੀ, ਰਹੱਸਵਾਦੀ ਕਾਫੀਆਂ। ਦੂਸਰੇ ਤਰ੍ਹਾਂ ਦੀਆਂ ਜੀ ਸਾਡੀਆਂ ਉਪਦੇਸ਼ਾਤਮਕ ਕਾਫੀਆਂ, ਭਾਵ ਜਿਨ੍ਹਾਂ ਦੇ ਵਿੱਚ ਕੁਝ ਪ੍ਰੇਰਣਾ ਦਿੱਤੀ ਹੋਵੇ, ਜਿਵੇਂ ਚੰਗੇ ਮਾਰਗ ਦੇ ਉੱਪਰ ਚੱਲਣ ਦੀ ਪ੍ਰੇਰਣਾ ਦਿੱਤੀ ਹੋਵੇ ਜਿਨ੍ਹਾਂ ਕਾਫੀਆਂ ਦੇ ਵਿੱਚ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਡੀਆਂ ਹੈਗੀਆਂ ਉਪਦੇਸ਼ਾਤਮਕ ਕਾਫੀਆਂ। ਉਸ ਤੋਂ ਬਾਅਦ ਹੈ ਜੀ ਪ੍ਰੇਮ ਪ੍ਰਧਾਨ ਕਾਫੀਆਂ। ਪ੍ਰੇਮ ਦਾ ਸੱਚਾ ਸੁੱਚਾ ਰੂਪ ਜਿਨ੍ਹਾਂ ਕਾਫੀਆਂ ਦੇ ਵਿੱਚ ਦਰਸਾਇਆ ਹੋਵੇ। ਅੱਜ ਵਾਲਾ ਪ੍ਰੇਮ ਦਾ ਰੂਪ ਨਹੀਂ, ਉਹ ਰੂਪ ਨਹੀਂ ਜਿਹੜਾ ਅੱਜ ਵਾਲਾ ਨਹੀਂ, ਜਿਹੜਾ ਪ੍ਰੇਮ ਦਾ ਸੱਚਾ ਸੁੱਚਾ ਰੂਪ ਜੋ ਕਿ ਸਿਰਫ ਪਰਮਾਤਮਾ ਦੇ ਨਾਲ ਹੀ ਹੋ ਸਕਦਾ ਹੈ। ਉਹ ਜਿਹੜੀਆਂ ਕਾਫੀਆਂ ਪ੍ਰੇਮ ਪ੍ਰਧਾਨ ਕਾਫੀਆਂ ਜਿਹੜੀਆਂ, ਉਸ ਨੂੰ ਕਹਿ ਦਿੰਦੇ ਹਾਂ ਜੀ ਆਪਾਂ ਪ੍ਰੇਮ ਦਾ ਸੱਚਾ ਸੁੱਚਾ ਰੂਪ ਜਿਨ੍ਹਾਂ ਕਾਫੀਆਂ ਦੇ ਵਿੱਚ ਹੋਵੇ, ਉਹਨਾਂ ਨੂੰ ਕਾਫੀਆਂ ਨੂੰ ਕਾਫੀਆਂ ਕਿਹਾ ਜਾਂਦਾ ਹੈ, ਪ੍ਰੇਮ ਪ੍ਰਧਾਨ ਕਾਫੀਆਂ। ਇੱਕ ਹੁੰਦੀਆਂ ਜੀ ਸਮਾਜਿਕ ਕਾਫੀਆਂ। ਸਮਾਜਿਕ ਜੀਵਨ ਨੂੰ ਸੁਧਾਰਨ ਦੇ ਕੁਝ ਉਪਦੇਸ਼ ਦਿੱਤੇ ਜਾਣ, ਸਮਾਜਿਕ ਜੀਵਨ ਸੰਬੰਧੀ ਕਾਫੀਆਂ ਲਿਖੀਆਂ ਜਾਣ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਡੀਆਂ ਜੀ ਸਮਾਜਿਕ ਕਾਫੀਆਂ। ਸੋ ਕਾਫੀਆਂ ਦਾ ਵਰਗੀਕਰਨ ਵੀ ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ ਸਾਹਿਤ ਦੇ ਰੂਪ ਵਿੱਚ ਕੀਤਾ ਹੈ ਜੀ। ਉਹਨਾਂ ਨੇ ਕਿੰਨੇ ਤਰ੍ਹਾਂ ਦੀਆਂ ਕਾਫੀਆਂ ਦੱਸੀਆਂ ਜੀ, 4 ਪ੍ਰਕਾਰ ਦੀਆਂ। ਕਾਫੀਆਂ ਦੇ ਤੱਤ ਕਿੰਨੇ ਨੇ ਜੀ, 4। ਕਾਫੀਆਂ ਦਾ ਵਰਗੀਕਰਨ ਕਿੰਨੇ ਤਰੀਕੇ ਨਾਲ ਹੈ ਜੀ, 4 ਤਰੀਕੇ ਨਾਲ। ਰਹੱਸਵਾਦੀ, ਉਪਦੇਸ਼ਾਤਮਕ, ਪ੍ਰੇਮ ਪ੍ਰਧਾਨ ਅਤੇ ਸਮਾਜਿਕ। ਇਹ ਹੈ ਜੀ ਸਾਡੀਆਂ ਕਾਫੀਆਂ। ਹੁਣ ਗੱਲ ਇੱਕ ਹੋਰ ਸੁਣ ਲਓ ਜੀ ਕੰਮ ਦੀ। ਇਹ ਤਾਂ ਸੀ ਕਾਫੀਆਂ ਦਾ ਰੂਪ ਵਿਧਾਨ। ਵੀ ਕਾਫੀਆਂ ਦਾ ਰੂਪ ਵਿਧਾਨ ਭਾਵ ਕਾਫੀ ਦਾ ਸ਼ਬਦ ਦਾ ਅਰਥ ਕੀ ਹੈ, ਇਹ ਕਾਫੀ ਸ਼ਬਦ ਕਿੱਥੋਂ ਆਇਆ ਹੈ, ਕਾਫੀਆਂ ਮਤਲਬ ਕੀ ਹੈ ਕਿ ਕਾਫੀਆਂ ਦੇ ਵਿੱਚ ਕਿਹੜੇ ਕਿਹੜੇ ਤੱਤ ਹੋਣੇ ਚਾਹੀਦੇ ਨੇ, ਕਾਫੀਆਂ ਦਾ ਵਰਗੀਕਰਨ ਕੀ ਹੈ, ਕਾਫੀਆਂ ਦੀ ਪਰਿਭਾਸ਼ਾ ਕੀ ਹੈ, ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਜੀ ਇਹ ਹੈ ਜੀ ਕਾਫੀਆਂ ਦਾ ਰੂਪ ਵਿਧਾਨ। ਹੁਣ ਇਤਿਹਾਸ ਬਾਰੇ ਥੋੜ੍ਹੀ ਜਿਹੀਆਂ ਗੱਲਾਂ 2-4 ਹੀ ਬਸ ਧਿਆਨ ਦੇ ਵਿੱਚ ਰੱਖਣੀਆਂ, ਬਾਹਲੀਆਂ ਨਹੀਂ। ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ ਕਾਫੀ ਨੂੰ ਕਾਵਿ ਰੂਪ ਦੇ ਵਿੱਚ ਵਰਤਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸਭ ਤੋਂ ਪਹਿਲਾਂ ਕਾਫੀ ਨੂੰ ਕਿਹਨੇ ਵਰਤਿਆ, ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਪਹਿਲੀ ਗੱਲ ਹੋ ਗਈ ਜੀ। ਦੂਸਰੀ ਗੱਲ ਕੀ ਹੈ ਜੀ ਧਿਆਨ ਰੱਖਣ ਵਾਲੀ, ਦੂਸਰੀ ਗੱਲ, ਸੋ ਸਭ ਤੋਂ ਪਹਿਲਾਂ ਇੱਕ ਤਾਂ ਹੋ ਗਿਆ ਜੀ, ਸਭ ਤੋਂ ਪਹਿਲਾਂ
ਕਾਫੀ ਨੂੰ ਵਰਤਿਆ ਕਿਹਨੇ ਹੈ ਜੀ? ਸਭ ਤੋਂ ਪਹਿਲਾਂ ਉਹ ਹੈ ਜੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਅੱਛਾ ਠੀਕ ਹੈ ਜੀ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ? ਉਹਨਾਂ ਨੇ ਦੇਖੋ ਜੀ ਕਵਿਤਾ ਦੇ ਬਹੁਤ ਸਾਰੇ ਰੂਪਾਂ ਨੂੰ ਅਪਣਾਇਆ। ਜਦੋਂ ਆਪਣੀ ਬਾਣੀ ਦੀ ਰਚਨਾ ਕੀਤੀ ਆ ਉਹਦੇ ਵਿੱਚੋਂ ਇੱਕ ਕਾਫੀ ਨੂੰ ਵੀ ਅਪਣਾਇਆ। ਪਰ ਕੀ ਕੋਈ ਪੰਜਾਬੀ ਦੇ ਵਿੱਚ ਇਹੋ ਜਿਹਾ ਕਵੀ ਹੈਗਾ ਜਿਹਨੇ ਸਿਰਫ ਕਾਫੀ ਕਾਵਿ ਰੂਪ ਦੇ ਵਿੱਚ ਹੀ ਆਪਣੀ ਰਚਨਾ ਕੀਤੀ ਹੈ? ਜੀ ਬਿਲਕੁਲ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ ਕਾਫੀ ਕਾਵਿ ਰੂਪ ਨਹੀਂ ਵਰਤਿਆ, ਉਹਨਾਂ ਨੇ ਬਹੁਤ ਸਾਰੇ ਕਾਵਿ ਰੂਪ ਵਰਤੇ, ਬਹੁਤ ਸਾਰੇ ਸ਼ਬਦ, ਸ਼ਲੋਕ, ਪਦੇ, ਇੱਕ ਪਦਾ, ਦੋ ਪਦਾ, ਚੌਪਦੇ, ਪੰਚਪਦੇ, ਇਸ ਤਰ੍ਹਾਂ ਕਰਕੇ ਅਸ਼ਟਪਦੀ, ਇਹ ਜਿਹੜੇ ਰੂਪ ਨੇ ਇਹ ਕਵਿਤਾ ਦੇ, ਇਹ ਰੂਪ ਬਹੁਤ ਸਾਰੇ ਵਰਤੇ ਗੁਰੂ ਨਾਨਕ ਦੇਵ ਜੀ ਨੇ। ਪਰ ਕੀ ਇਹੋ ਜਿਹਾ ਕਵੀ? ਬਿਲਕੁਲ ਜੀ, ਕਵੀ ਸ਼ਾਹ ਹੁਸੈਨ ਹੋਇਆ ਜੀ। ਇਹ ਮੱਧਕਾਲ ਦੇ ਕਵੀ ਨੇ। ਗੁਰੂ ਨਾਨਕ ਦੇਵ ਜੀ ਮੱਧਕਾਲ ਦੇ ਵਿੱਚ ਹੋਏ ਆ, ਕਵੀ ਸ਼ਾਹ ਹੁਸੈਨ ਵੀ ਮੱਧਕਾਲ ਦੇ ਵਿੱਚ ਹੀ ਹੋਇਆ ਹੈ। ਸੋ ਇਹ ਕੀ ਹੈ? ਸੋ ਕਾਫੀ ਦਾ ਇੱਕ ਕੀ ਹੈ ਕਿ ਪੰਜਾਬੀ ਦੇ ਵਿੱਚ ਕਾਵਿ ਰੂਪ ਵਜੋਂ ਮੱਧਕਾਲ ਦੇ ਵਿੱਚ ਇਹ ਸਥਾਪਿਤ ਹੁੰਦੀ ਹੈ ਕਾਵਿ ਰੂਪ ਦੇ ਵਜੋਂ। ਪਰ ਇਸ ਨੂੰ ਸਿਰਫ ਕਾਵਿ ਰੂਪ ਵਜੋਂ ਸਥਾਪਿਤ ਕਰਨ ਵਾਲਾ ਕੌਣ ਹੈ? ਕਾਫੀ ਕਾਵਿ ਰੂਪ ਦੀ ਵਰਤੋਂ ਕਰਨ ਵਾਲਾ ਕੌਣ ਹੈ? ਸ੍ਰੀ ਗੁਰੂ ਨਾਨਕ ਦੇਵ ਜੀ। ਪਰ ਸਿਰਫ ਤੇ ਸਿਰਫ ਕਾਵਿ ਰੂਪ ਵਜੋਂ ਜਿਹਨੇ ਸਥਾਪਿਤ ਕਰ ਦਿੱਤਾ ਇਹਨੂੰ, ਕੇਵਲ ਕਾਵਿ ਰੂਪ, ਕੇਵਲ ਹੀ ਜਿਸ ਮਤਲਬ ਬੰਦੇ ਨੇ, ਜਿਸ ਕਵੀ ਨੇ ਆਪਣੀ ਜਿਹੜੀ ਪੂਰੀ ਰਚਨਾ ਕੀਤੀ ਕੇਵਲ ਕਾਫੀਆਂ ਦੇ ਵਿੱਚ ਹੀ ਕੀਤੀ, ਉਹ ਸੀਗਾ ਜੀ ਸ਼ਾਹ ਹੁਸੈਨ। ਸੋ ਸ਼ਾਹ ਹੁਸੈਨ ਨੇ ਇਸ ਨੂੰ ਕਾਫੀ ਕਾਵਿ ਰੂਪ ਵਜੋਂ ਸਥਾਪਿਤ ਕੀਤਾ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਾਫੀ ਦੀ ਵਰਤੋਂ ਕੀਤੀ, ਪਰ ਕਾਫੀ ਨੂੰ ਕਾਵਿ ਰੂਪ ਵਜੋਂ ਸਭ ਤੋਂ ਪਹਿਲਾਂ ਸ਼ਾਹ ਹੁਸੈਨ ਨੇ ਸਥਾਪਿਤ ਕੀਤਾ। ਅਤੇ ਇਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਫੀ ਨੂੰ ਕਿਹਨੇ ਦਿਵਾਈ? ਉਹ ਹੈ ਜੀ ਸਾਡਾ ਸਾਈਂ ਬੁੱਲੇ ਸ਼ਾਹ। ਇਹ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ। ਅਤੇ ਹੋਰ ਵੀ ਆਪਾਂ ਦੇਖਦੇ ਹਾਂ ਜੀ, ਹੋਰ ਜਿਵੇਂ ਕਿ ਕਾਫੀ ਦੇ ਨਾਲ ਸੰਬੰਧਿਤ ਆਪਾਂ ਇੱਕ ਦੋ ਕਾਫੀਆਂ ਜ਼ਰੂਰ ਵੇਖਣੀਆਂ ਵੀ ਕਾਫੀਆਂ ਦੇ ਵਿੱਚੋਂ ਪ੍ਰਸ਼ਨ ਅਗਰ ਆਵੇਗਾ ਤਾਂ ਕਿਵੇਂ ਆਵੇਗਾ, ਇਹ ਵੀ ਸਾਨੂੰ ਪਤਾ ਲੱਗੇ ਵੀ ਕਾਫੀਆਂ ਦੇ ਵਿੱਚੋਂ ਕਿਹੜੀ ਇੱਕ ਸਥਾਈ ਵਾਲੀ ਲਾਈਨ ਹੈ ਜਿਹੜੀ ਦੁਹਰਾਈ ਜਾਂਦੀ ਹੈ ਅਤੇ ਪਿੱਛੇ ਕਿਵੇਂ ਦੁਹਰਾਈਆਂ ਜਾਂਦੀਆਂ ਨੇ, ਇਹਦੀ ਭਾਸ਼ਾ ਕਿਵੇਂ ਦੀ ਹੈ। ਸੋ ਦੋ ਕਾਫੀਆਂ ਦੀ ਆਪਾਂ ਗੱਲ ਕਰਦੇ ਹਾਂ ਜੀ। ਲਓ ਜੀ, ਦੋ ਕਾਫੀਆਂ ਮੈਂ ਲਿਖਤੀਆਂ ਜੀ ਤੁਹਾਡੇ ਸਾਹਮਣੇ। ਅਤੇ ਆਹ ਪਹਿਲੀ ਕਾਫੀ ਹੈ ਜੀ, ਇਹ ਕਵੀ ਸ਼ਾਹ ਹੁਸੈਨ ਦੀ ਹੈ, ਜਿਸ ਨੇ ਕੇਵਲ ਅਤੇ ਕੇਵਲ ਕਾਫੀਆਂ ਦੇ ਵਿੱਚ ਰਚਨਾ ਕੀਤੀ ਹੈ। ਅਤੇ ਕਾਫੀ ਨੂੰ ਕਾਵਿ ਰੂਪ ਵਜੋਂ ਸਥਾਪਿਤ ਕਰਨ ਦਾ ਸਿਹਰਾ ਸ਼ਾਹ ਹੁਸੈਨ ਦੇ ਸਿਰ ਵੱਜਦਾ ਹੈ। ਇਹਦਾ ਨਾਮ ਹੈ ਜੀ ਸ਼ਾਹ ਹੁਸੈਨ। ਠੀਕ ਹੈ ਜੀ। ਅਤੇ ਆਹ ਜਿਹੜੀ ਕਾਫੀ ਲਿਖੀ ਹੈ ਜੀ, ਇਹ ਮੈਂ ਲਿਖੀ ਹੈ ਜੀ ਸਾਈਂ ਬੁੱਲੇ ਸ਼ਾਹ ਦੀ। ਬੁੱਲੇ ਸ਼ਾਹ ਨੇ ਕਾਫੀ ਨੂੰ ਸਿਖਰਾਂ 'ਤੇ ਪਹੁੰਚਾਇਆ, ਕਾਫੀ ਨੂੰ ਮਸ਼ਹੂਰ ਕੀਤਾ, ਉਹ ਹੈ ਜੀ ਸਾਡਾ ਬੁੱਲੇ ਸ਼ਾਹ। ਸੋ ਇਹਦੇ ਵਿੱਚ ਦੇਖੋ ਜੀ, ਪਹਿਲੀ ਇਹ ਕਾਫੀ ਹੈ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਸਿਰਲੇਖ ਹੈ ਅਤੇ ਇਹੀ ਇਹਦੀ ਸਥਾਈ ਹੈ ਜੀ। ਵਾਰੀ ਵਾਰੀ ਗਾਉਣ ਵਾਲਾ ਜਿਹੜਾ ਪਹਿਲੀ ਲਾਈਨ ਲਿਖੀ ਆ, ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਹਨੂੰ ਆਖਾਂ, ਇਹ ਹੈ ਜਿਹੜਾ ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਹਨੂੰ ਆਖਾਂ, ਇਹ ਜਿਹੜੀ ਲਾਈਨ ਹੈ, ਇਹ ਪੰਕਤੀ ਹੈ, ਇਹ ਇਹਦੀ ਸਥਾਈ ਹੈ। ਹੁਣ ਜਦੋਂ ਗਾਉਣਗੇ ਸੂਫੀ ਕਵੀ, ਉਹ ਪਤਾ ਕੀ ਕਰਨਗੇ? ਦੇਖੋ, ਦਰਦ ਵਿਛੋੜੇ ਦਾ ਹਾਲ ਨਹੀਂ ਮੈਂ ਕਿਹਨੂੰ ਆਖਾਂ, ਇਹਨੂੰ ਤਾਂ ਵਾਰੀ ਵਾਰੀ ਦੁਹਰਾਈ ਜਾਣਗੇ, ਵਾਰੀ ਵਾਰੀ ਰਿਪੀਟ ਕਰਨਗੇ। ਅਤੇ ਦੂਜੀਆਂ ਲਾਈਨਾਂ ਜਿਹੜੀਆਂ ਇਹ ਇੱਕ ਅੰਤਰੇ ਹੁੰਦੇ ਆ, ਜਿਵੇਂ ਗੀਤ ਦੇ ਵਿੱਚ ਹੁੰਦੇ ਆ, ਇੱਕ ਸਥਾਈ ਹੁੰਦੀ ਹੈ, ਇੱਕ ਅੰਤਰੇ ਹੁੰਦੇ ਆ, ਟੱਪੇ ਹੁੰਦੇ ਆ ਅੱਗੇ, ਹੈ ਨਾ। ਦਰਦ ਵਿਛੋੜੇ ਦਾ ਹਾਲ ਨਹੀਂ ਮੈਂ ਕਿਹਨੂੰ ਆਖਾਂ, ਸੂਲਾ ਮਾਰ ਦੀਵਾਨੀ ਕੀਤੀ, ਬਿਰੋਂ ਪਿਆ ਸਾਡੇ ਖਿਆਲ ਨਹੀਂ ਮੈਂ ਕਿਹਨੂੰ ਆਖਾਂ, ਬਿਰੋਂ ਹੁੰਦਾ ਵਿਛੋੜਾ, ਵਿਛੜਨਾ, ਸੂਲਾਂ ਦੀ ਰੋਟੀ, ਦੁੱਖਾਂ ਦਾ ਲਾਵਣ ਸਬਜ਼ੀ, ਸਲੂਣਾ ਸਾਗ, ਹੱਡਾਂ ਦਾ ਬਾਲ ਨਹੀਂ ਮੈਂ ਕਿਹਨੂੰ ਆਖਾਂ, ਜੰਗਲ ਫਿਰਾਂ ਢੁਢੇਂਦੀ, ਅਜੇ ਨਾ ਆਇਆ ਮਹੀਵਾਲ ਨਹੀਂ ਮੈਂ ਕਿਹਨੂੰ ਆਖਾਂ, ਰਾਂਝਣ ਫਿਰਾਂ ਢੁਢੇਂਦੀ, ਰਾਂਝਣ ਮੇਰੇ ਨਾਲ ਨਹੀਂ ਮੈਂ ਕਿਹਨੂੰ ਆਖਾਂ, ਕਹਿ ਹੁਸੈਨ ਫਕੀਰ ਸਾਈਂ ਦਾ, ਵੇਖ ਨਿਮਾਣਿਆ ਹਾਲ ਨਹੀਂ ਮੈਂ ਕਿਹਨੂੰ ਆਖਾਂ। ਇਹਦੇ ਵਿੱਚ ਇਹ ਨਾਮ ਵੀ ਦਿੱਤਾ ਆਪਣਾ ਸ਼ਾਹ ਹੁਸੈਨ ਨੇ, ਹੁਸੈਨ। ਸੋ ਇਹ ਹੈ ਜੀ ਇੱਕ ਕਾਫੀ ਹੈ। ਇਹਦੇ ਵਿੱਚ ਦੇਖੋ ਜੀ ਰਾਸਵਾਦੀ ਅਨੁਭਵ ਹੈ ਅਤੇ ਦੂਸਰਾ ਅਧਿਆਤਮਿਕਤਾ ਵੀ ਹੈ, ਰਾਗਾਤਮਕਤਾ ਵੀ ਹੈ ਜੀ, ਸਾਰਾ ਕੁਝ ਹੀ ਹੈ ਇਸ ਕਾਫੀ ਦੇ ਵਿੱਚ। ਰਾਸਵਾਦ ਦੇਖੋ ਜੀ ਕਿਵੇਂ ਹੈ ਜੀ, ਰਾਂਝਣ ਫਿਰਾਂ ਢੁਢੇਂਦੀ, ਰਾਂਝਣ ਮੇਰੇ ਨਾਲ ਨਹੀਂ ਮੈਂ ਕਿਹਨੂੰ ਆਖਾਂ। ਸੋ ਇਹਦਾ ਕਹਿਣਾ ਹੈ ਕਿ ਪਰਮਾਤਮਾ ਜਿਹੜਾ ਰੱਬ ਹੈ ਉਹ ਮੇਰੇ ਅੰਦਰ ਹੈ ਅਤੇ ਮੈਂ ਉਹਨੂੰ ਆਸੇ ਪਾਸੇ ਲੱਭਦਾ ਫਿਰਦਾ ਹਾਂ। ਇਹਨੂੰ ਕਹਿੰਦੇ ਆ ਰਹੱਸਵਾਦ ਦੀ ਅਵਸਥਾ।
ਆ ਦੇਖੋ ਜੀ, ਜੰਗਲ ਜੰਗਲ ਫਿਰਾਂ ਢੁਡੇਂਦੀ, ਅਜੇ ਨਾ ਆਇਆ ਮਹੀਵਾਲ ਨੀ ਮੈਂ ਕਿਹਨੂੰ ਆਖਾਂ। ਸੋ ਇਹਦੇ ਵਿੱਚ ਵੀ ਇੱਕ ਰਹੱਸਵਾਦ ਹੈ। ਅਤੇ ਹੈ ਕੀ ਹੈ, ਇਹ ਅਧਿਆਤਮਿਕਤਾ ਸੰਬੰਧੀ ਹੈ, ਪਰਮਾਤਮਾ ਸੰਬੰਧੀ ਹੈ ਨਾ, ਧਰਮ ਸੰਬੰਧੀ ਕਵਿਤਾ ਲਿਖੀ ਗਈ ਹੈ। ਇਸ ਕਰਕੇ ਇਹਦਾ ਵਿਸ਼ਾ ਜਿਹੜਾ ਉਹ ਅਧਿਆਤਮਿਕ ਹੈ। ਅਤੇ ਇਹਦੇ ਵਿੱਚ ਅਨੁਭਵ ਕਿਹੜਾ ਹੋ ਰਿਹਾ ਸਾਨੂੰ, ਰਹੱਸਵਾਦ ਦਾ। ਅਤੇ ਸ਼ਾਹ ਹੁਸੈਨ ਕਿਹੜਾ ਕਵੀ ਹੈ ਜੀ, ਉਹ ਸੂਫੀ ਕਵੀ ਹੈ। ਸੋ ਇਹ ਕੀ ਹੈ ਜੀ, ਇਹ ਕਾਫੀ ਹੈ ਜਿਹੜੀ ਇਹ ਸੂਫੀ ਕਾਵਿ ਰੂਪ ਦੇ ਵਿੱਚ ਲਿਖੀ ਗਈ ਹੈ ਜੀ। ਹੁਣ ਇਹ ਵੀ ਹੈ, ਦੇਖੋ ਜੀ, ਬੁੱਲ੍ਹੇ ਸ਼ਾਹ ਵੀ ਸੂਫੀ ਕਵੀ ਹੈ ਜੀ, ਇਹਨੇ ਵੀ ਸੂਫੀ ਕਾਵਿ ਰੂਪ ਦੇ ਵਿੱਚ ਲਿਖੀ ਹੈ ਜੀ। ਇਹ ਜਿਹੜੀ ਕਾਫੀ ਲਿਖੀ ਹੈ, ਦੇਖੋ ਜੀ, ਇਹਦੇ ਵਿੱਚ ਤਾਂ ਸਾਨੂੰ ਪਹਿਲਾਂ ਹੀ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਦਾ, ਸ਼ਾਹ ਹੁਸੈਨ ਦੀਆਂ ਸੂਫੀ ਕਵਿਤਾ ਜੇ ਤੁਸੀਂ ਕਦੇ ਪੜ੍ਹੋ ਤਾਂ ਜਿਹੜਾ ਉਹਦੇ ਵਿੱਚ ਸਿਰਲੇਖ ਹੁੰਦਾ ਹੈ ਨਾ, ਸਿਰਲੇਖ, ਉਹ ਸਭ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ। ਸ਼ਾਹ ਹੁਸੈਨ ਦੀ ਜਿਹੜੀ ਸੂਫੀ ਹੈ, ਜਿਹੜੀ ਕਾਫੀ ਹੈ, ਉਹਦੇ ਵਿੱਚ ਦੇਖੋ ਜੀ, ਦਰਦ ਵਿਛੋੜੇ ਦਾ ਹਾਲ ਨਹੀਂ ਮੈਂ ਕਿਹਨੂੰ ਆਖਾਂ, ਇਹ ਜਿਹੜਾ ਇਸ ਕਵਿਤਾ ਦਾ ਸਿਰਲੇਖ ਹੈ। ਪਰ ਸਾਈਂ ਬੁੱਲ੍ਹੇ ਸ਼ਾਹ ਦੀ ਕਵਿਤਾ ਦਾ ਜਿਹੜਾ ਸਿਰਲੇਖ ਹੈ ਉਹ ਕੀ ਹੈ ਕਿ ਉਹ ਕਿਤੇ ਇੱਥੇ ਜਿਵੇਂ ਆ ਗਿਆ, ਦੇਖੋ ਜੀ, ਆਹ ਸਿਰਲੇਖ ਇੱਥੇ ਆ ਗਿਆ ਜੀ 4ਥੇ ਨੰਬਰ 'ਤੇ। ਸੋ ਸਾਈਂ ਬੁੱਲ੍ਹੇ ਸ਼ਾਹ ਦਾ ਸਿਰਲੇਖ ਹੈ ਜਿਹੜਾ ਉਹ ਕਵਿਤਾ ਦੇ ਟੱਪਿਆਂ ਦੇ ਵਿੱਚ ਹੈ ਜੀ, ਕਾਫੀ ਦੇ ਭਾਵ ਕਿ ਪਦਿਆਂ ਦੇ ਵਿੱਚ ਹੈ, ਬੰਦਾਂ ਦੇ ਵਿੱਚ ਹੈ। ਅਤੇ ਪਰ ਸ਼ਾਹ ਹੁਸੈਨ ਦਾ ਸ਼ੁਰੂ ਦੇ ਵਿੱਚ ਹੀ ਹੈ। ਥੋੜ੍ਹੀ ਜਿਹੀ ਪਹਿਚਾਣ ਵਾਸਤੇ ਮੈਂ ਦੱਸਤੀ ਗੱਲ। ਸੋ ਬੁੱਲ੍ਹੇ ਸ਼ਾਹ ਦੀ ਹੈ ਜੀ ਇਹ ਜਿਹੜੀ ਕਾਫੀ ਹੈ, ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀਹ ਕਾਸਾ ਸੋਟਾ, ਆਸ਼ਕ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਆਹ ਆ ਜਿਹੜੀ ਲਾਈਨ, ਇਹ ਵਾਰੀ ਰਿਪੀਟ ਹੋਊਗੀ ਜੀ। ਇੱਕ ਜਿਵੇਂ ਕਵਾਲੀਆਂ ਦੇ ਵਿੱਚ ਹੁੰਦੀ ਹੈ ਨਾ, ਵਾਰੀ ਇੱਕ ਹੀ ਲਾਈਨ ਵਾਰੀ ਰਿਪੀਟ ਕਰੀ ਜਾਂਦੇ ਆ, ਉਹ ਆਹ ਲਾਈਨ ਰਿਪੀਟ ਕਰਨੀ ਹੈ ਜੀ। ਇਹਦਾ ਦੇਖੋ ਜੀ, ਜਿਹੜਾ ਸ਼ਾਹ ਹੁਸੈਨ, ਇਹ ਜਿਹੜਾ ਬੁੱਲ੍ਹੇ ਸ਼ਾਹ ਕਵੀ ਹੈ, ਇਹਦੇ ਵਿੱਚ ਕੀ ਹੈ ਜੀ, ਇਹ ਕਹਿੰਦਾ ਵੀ ਜਿਹੜਾ ਮਤਲਬ ਕੀ ਹੈ, ਕੁਰਾਨ ਦੇ ਅਨੁਸਾਰ ਜਿਹੜਾ ਜੀਵਨ ਜੀਣਾ ਹੈ ਨਾ, ਉਹ ਹੁਣ ਮੈਂ ਨਹੀਂ ਜੀਣਾ ਕਹਿੰਦਾ। ਕਹਿਣ ਦਾ ਮਤਲਬ ਇਹ ਹੈ। ਸੋ ਇਹਨੂੰ ਕਿਹਾ ਜਾਂਦਾ ਹੈ ਸਰਾਂ ਤੋਂ ਬਗਾਵਤ ਕਰਨੀ। ਸਰਾਂ ਹੁੰਦੇ ਆ ਕੁਰਾਨ ਸ਼ਰੀਫ ਦੇ ਵਿੱਚ, ਕੁਝ ਰੂਲ ਹੁੰਦੇ ਨੇ ਜੋ ਮੁਸਲਮਾਨ ਲੋਕਾਂ ਨੂੰ ਫੋਲੋ ਕਰਨੇ ਪੈਂਦੇ ਨੇ, ਜਿਵੇਂ 5 ਵਕਤ ਦੀ ਨਮਾਜ਼ ਪੜ੍ਹਨੀ ਹੈ ਨਾ, ਇਹ ਜਿਹੜਾ ਇਹ ਸਰਾਂ ਕਹਿੰਦੇ ਇਹਨੂੰ। ਸੋ ਸਰਾਂ ਤੋਂ ਪਾਬੰਦੀ ਕਹਿੰਦਾ ਮੈਂ ਨਹੀਂ ਕਹਿੰਦਾ ਅਪਣਾਉਣੀ, ਕਹਿੰਦਾ ਸਰਾਂ ਤੋਂ, ਕਹਿੰਦਾ ਮੈਨੂੰ ਖੁੱਲ੍ਹ ਚਾਹੀਦੀ ਹੈ ਹੁਣ ਤਾਂ। ਦੇਖੋ ਕੀ ਕਹਿੰਦਾ, ਫੂਕ ਮੁਸੱਲਾ ਭੰਨ ਸੁੱਟ ਲੋਟਾ। ਮੁਸੱਲਾ ਹੁੰਦਾ ਹੈ ਚਟਾਈ ਜਿਹੜੀ ਵਿਛਾਉਣ ਵਾਲੀ, ਜਿਹੜੀ ਚਟਾਈ 'ਤੇ ਬੈਠ ਕੇ ਸਾਡੇ ਮੁਸਲਮਾਨ ਲੋਕ, ਸਾਡੇ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ, ਉਹਨੂੰ ਕਹਿ ਦਿੰਦੇ ਆ ਮੁਸੱਲਾ। ਸੋ ਬੁੱਲ੍ਹੇ ਸ਼ਾਹ ਕਹਿੰਦਾ ਵੀ ਲਓ ਜੀ, ਮੈਂ ਮੁਸੱਲਾ ਫੂਕਣ ਲੱਗਾ, ਹੁਣ ਮੁਸੱਲੇ 'ਤੇ ਪਾ ਮੈਂ ਹੁਣ ਨਮਾਜ਼ ਨਹੀਂ ਪੜ੍ਹਨੀ। ਭੰਨ ਸੁੱਟ ਲੋਟਾ, ਜਿਹੜੀ ਹੱਥ 'ਚ ਗੜਵੀ ਹੈ, ਹੱਥ ਧੋਣ ਵਾਲੀ, ਉਜੂ ਕਰਨ ਵਾਲੀ, ਉਜੂ ਕਹਿ ਦਿੰਦੇ ਆ 5 ਵੀ, ਉਜੂ ਮੂੰਹ ਹੱਥ ਧੋਣ ਨੂੰ ਕਹਿ ਦਿੰਦੇ ਆ ਉਜੂ। ਉਹਦੇ ਵਾਸਤੇ ਜਿਹੜਾ ਪਾਣੀ ਲੋਟਾ ਰੱਖਿਆ, ਕਹਿੰਦਾ ਉਹਨੂੰ ਮੈਂ ਭੰਨਤਾ ਹੁਣ। ਨਾ ਫੜ ਤਸਬੀਹ ਮਾਲਾ, ਕਾਸਾ ਹੁੰਦਾ ਭਿੱਖਿਆ ਮੰਗਣ ਵਾਲਾ ਭਾਂਡਾ, ਭਿਕਸ਼ਾ ਮੰਗਣ ਵਾਲਾ, ਅਤੇ ਸੋਟਾ ਹੱਥ ਦੇ ਵਿੱਚ, ਕਹਿੰਦਾ ਉਹ ਸਾਰੇ ਕਹਿੰਦਾ ਮੈਂ ਛੱਡਤੇ। ਮਾਲਾ ਵੀ ਛੱਡਤੀ, ਹੱਥ 'ਚ ਮੰਗਣ ਵਾਲਾ ਭਾਂਡਾ ਕਹਿੰਦਾ ਉਹ ਵੀ ਛੱਡਤਾ, ਅਤੇ ਸੋਟਾ ਜਿਹੜਾ ਹੱਥ 'ਚ ਡਾਂਗ ਉਹ ਵੀ ਛੱਡਤੀ। ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ। ਸੋ ਕਿਸੇ ਦਾ ਹਰਾਮ ਦਾ ਖਾਣ ਨਾਲੋਂ, ਮੁਰਦਾਰ ਹਰਾਮ ਦਾ ਖਾਣ ਨਾਲੋਂ ਹੱਕ ਹਲਾਲ ਦੀ ਕਮਾਈ ਖਾ, ਕਹਿੰਦਾ ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਹ ਕਹਿੰਦਾ ਜੀ ਇਹ ਮੇਰੇ ਸਿਰ 'ਤੇ ਇੱਕ ਨਵੀਂ ਬਹਾਰ ਆ ਗਈ ਹੈ ਜੀ, ਇਸ਼ਕ ਦੀ, ਇੱਕ ਨਵੇਂ ਤਰੀਕੇ ਦਾ ਇਸ਼ਕ ਮੈਨੂੰ ਮੇਰੇ ਪਰਮਾਤਮਾ ਦੇ ਨਾਲ ਹੋ ਗਿਆ। ਉਮਰ ਗਵਾਈ ਵਿੱਚ ਮਸੀਤੀ, ਕਹਿੰਦਾ ਮੈਂ ਮਸੀਤ ਦੇ ਵਿੱਚ ਉਮਰ ਗਵਾ ਲਈ ਸਾਰੀ। ਭਰਿਆ ਅੰਦਰ ਭਰਿਆ ਨਾਲ ਪਲੀਤੀ, ਉਮਰ ਗਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ, ਭਾਵ ਗੰਦਗੀ ਦੇ ਨਾਲ ਭਰਿਆ। ਕਦੇ ਨਮਾਜ਼ ਤੌਹੀਦ ਨਾ ਕੀਤੀ, ਹੁਣ ਕੀ ਕਰਨਾ ਏ ਸ਼ੋਰ ਪੁਕਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਕਦੇ ਨਮਾਜ਼ ਨਹੀਂ ਕਹਿੰਦਾ ਕੀਤੀ। ਤੌਹੀਦ ਦਾ ਮਤਲਬ ਹੁੰਦਾ ਹੈ ਏਕੇਸ਼ਵਰਵਾਦ, ਇੱਕ ਪਰਮਾਤਮਾ ਨੂੰ ਮੰਨਣ ਵਾਲਾ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਫਿਰ ਆ ਗਈ ਜੀ ਲਾਈਨ ਰਿਪੀਟ ਕਰਨ ਵਾਲੀ, ਹੀਰ ਰਾਂਝਣ ਦੇ ਹੋ ਗਏ ਮੇਲੇ। ਦੇਖੋ ਜੀ, ਰਹੱਸਵਾਦੀ ਵੀ ਹੈ ਅਤੇ ਇਹ ਅਧਿਆਤਮਿਕ ਕਵਿਤਾ ਵੀ ਹੈ ਨਾ, ਕੋਈ ਦਿੱਕਤ ਨਹੀਂ ਹੈ ਜੀ। ਇਸ ਹੀਰ ਰਾਂਝਣ ਦੇ ਹੋ ਗਏ ਮੇਲੇ, ਭੁੱਲੀ ਹੀਰ ਢੁਡੇਂਦੀ ਬੇਲੇ, ਰਾਂਝਾ ਯਾਰ ਬੁੱਕਲ ਵਿੱਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਹ ਹੈ ਜੀ ਬੁੱਲ੍ਹੇ ਸ਼ਾਹ ਦੀ ਕਵਿਤਾ, ਇਹ ਹੈ ਜੀ ਸ਼ਾਹ ਹੁਸੈਨ ਦੀ ਕਵਿਤਾ, ਅਤੇ ਇਹ ਕਾਫੀ ਰੂਪ ਦੇ ਵਿੱਚ ਲਿਖੀਆਂ ਗਈਆਂ ਨੇ ਜੀ।
ਇਹਨਾਂ ਨੂੰ ਕਹਿ ਦਿੰਦੇ ਆ ਜੀ ਕਾਫੀਆਂ। ਸੋ ਇਹ ਕਾਫੀ ਦੀ ਗੱਲ ਹੋ ਚੁੱਕੀ ਹੈ ਜੀ। ਸਾਹਿਤ ਦਾ ਇੱਕ ਰੂਪ ਆਪਾਂ ਪੜ੍ਹ ਚੁੱਕੇ ਹਾਂ। ਇਹਦੇ ਵਿੱਚੋਂ ਬੇਸਿਕ ਗੱਲਾਂ ਜੀ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਇਹਦੀ ਪਰਿਭਾਸ਼ਾ, ਇਹਦਾ ਸ਼ਾਬਦਿਕ ਅਰਥ, ਇਹ ਕਿਹੜੀ ਭਾਸ਼ਾ ਤੋਂ ਆਈ ਹੈ ਜੀ। ਉਸ ਤੋਂ ਬਾਅਦ ਡਾਕਟਰ ਰਤਨ ਸਿੰਘ ਜੱਗੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਖਾਸ ਕਰਕੇ ਧਿਆਨ ਰੱਖਣੀਆਂ ਨੇ ਜੀ। 4 ਤਰ੍ਹਾਂ ਦੀਆਂ ਕਲਾਵਾਂ, 4 ਤਰ੍ਹਾਂ ਦੇ ਤੱਤ ਤੇ 4 ਤਰ੍ਹਾਂ ਦੀਆਂ ਕਾਫੀਆਂ ਦੀ ਜਿਹੜੀ ਵਰਗੀਕਰਨ ਹੈ, ਉਹਨਾਂ ਦੀ ਵੰਡ ਕੀਤੀ ਗਈ ਹੈ, ਉਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਕਾਫੀ ਨੂੰ ਸਭ ਤੋਂ ਪਹਿਲਾਂ ਵਰਤਣ ਵਾਲੇ ਕੌਣ ਸੀ? ਗੁਰੂ ਨਾਨਕ ਦੇਵ ਜੀ। ਪਰ ਕਾਵਿ ਰੂਪ ਵਜੋਂ ਸਥਾਪਿਤ ਕਰਨ ਵਾਲਾ ਕੌਣ ਸੀ? ਸ਼ਾਹ ਹੁਸੈਨ। ਕਾਫੀ ਨੂੰ ਪ੍ਰਸਿੱਧੀ ਦਿਵਾਉਣ ਵਾਲਾ ਕੌਣ ਸੀ? ਬੁੱਲੇ ਸ਼ਾਹ। ਸੋ ਇੱਥੇ ਜੀ ਸਾਡੀਆਂ ਕਾਫੀਆਂ ਦੀ ਸਮਾਪਤੀ ਹੈ ਜੀ। ਅਗਲੀ ਜਮਾਤ ਦੇ ਵਿੱਚ ਛੇਤੀ ਮਿਲਦੇ ਆ ਜੀ। ਮਿਹਰਬਾਨੀ, ਰੱਬ ਰਾਖਾ।